ਤੁਸੀਂ ਦੇਖ ਰਹੇ ਹੋ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦੇ ਕਥਾ ਵਿਚਾਰ, ਜਿਸ ਦੇ ਨਾਲ ਲੱਖਾਂ ਹੀ ਪ੍ਰਾਣੀਆਂ ਦੀ ਜ਼ਿੰਦਗੀ ਬਦਲੀ ਹੈ। ਅਤੇ ਇਹਨਾਂ ਕਥਾ ਵਿਚਾਰਾਂ ਤੋਂ ਅਸੀਂ ਆਪ ਵੀ ਬਹੁਤ ਪ੍ਰਭਾਵਿਤ ਹਾਂ, ਕਿਉਂਕਿ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦੇ ਜਿਹੜੇ ਕਥਾ ਵਿਚਾਰ ਆ, ਜਿੰਨਾ ਵੀ ਇਹਨੂੰ ਡੂੰਘਾਈ ਦੇ ਨਾਲ ਅਸੀਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਓਨਾ ਹੀ ਅਸੀਂ ਇਸ ਗੁਰਬਾਣੀ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ। ਸੋ ਇਸ ਦੇ ਵਿੱਚ ਸਾਨੂੰ ਬਹੁਤ ਹੀ ਕੁਝ ਜ਼ਿੰਦਗੀ ਦੇ ਵਿੱਚ ਨਵਾਂ ਕਰਨ ਦਾ ਉਪਰਾਲਾ ਵੀ ਮਿਲਦਾ ਹੈ, ਅਤੇ ਜ਼ਿੰਦਗੀ ਨੂੰ ਹੋਰ ਵਧੀਆ ਤਰੀਕੇ ਨਾਲ ਜਿਉਣ ਦਾ ਤਰੀਕਾ ਵੀ ਮਿਲਦਾ ਹੈ। ਅਤੇ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦੇ ਕਥਾ ਵਿਚਾਰ ਜੇਕਰ ਤੁਹਾਨੂੰ ਵੀ ਚੰਗੇ ਲੱਗਦੇ ਆ ਤਾਂ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲੋ। ਜ਼ਿਆਦਾ ਤੋਂ ਜ਼ਿਆਦਾ ਸਾਡੇ ਇਸ ਚੈਨਲ ਨੂੰ ਤੁਸੀਂ ਸਪੋਰਟ ਜ਼ਰੂਰ ਕਰੋ। ਅਤੇ ਲਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦੇ ਕਥਾ ਵਿਚਾਰ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਅਨੰਦਪੁਰ ਸਾਹਿਬ ਨਗਰ ਵਸਾਇਆ ਨਾ, ਪਹਿਲਾਂ ਪਾਤਸ਼ਾਹ ਕਈ ਮਹੀਨੇ ਦੁਆਬੇ ਵਿੱਚ ਇੱਕ ਨਗਰ ਹੈ, ਉਹਨੂੰ ਚੱਕ ਗੁਰੂ ਕਹਿੰਦੇ ਨੇ, ਉਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਸਾਇਆ ਹੈ। ਉੱਥੇ 7.5 ਸਾਲ 7.5 ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਰਹੇ। ਫਿਰ ਪਾਤਸ਼ਾਹ ਚਲੇ ਗਏ ਪਹਾੜੀ ਇਲਾਕੇ ਵਿੱਚ। ਇੱਕ ਮਾਖੋਵਾਲ ਦਾ ਇਲਾਕਾ ਹੈ, ਜਿਹਨੂੰ ਮਾਖੋਵਾਲ ਦੈਂਤ, ਉਹ ਮਾਖੋ ਦੈਂਤ ਦੇ ਨਾਮ ਉੱਤੇ ਜਗ੍ਹਾ ਸੀ। ਪਾਤਸ਼ਾਹ ਨੇ ਉੱਥੇ ਰਾਜਾ ਤਾਰਾ ਚੰਦ ਦੀ ਰਾਣੀ ਨੂੰ ਮਿਲੇ। ਉਹ ਰਾਜਾ ਤਾਰਾ ਚੰਦ, ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਾਇਆ ਸੀ, 52 ਰਾਜਿਆਂ ਵਿੱਚੋਂ ਰਾਜਾ ਤਾਰਾ ਚੰਦ। ਉਹਦੀ ਰਾਣੀ ਨੇ ਦੁਸ਼ਾਲੇ ਭੇਂਟ ਕੀਤੇ, ਪਾਤਸ਼ਾਹ ਨੂੰ ਨਮਸਕਾਰ ਕੀਤੀ, ਮਹਾਰਾਜ ਤੁਹਾਡੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੇਰੇ ਪਤੀ ਨੂੰ ਬਚਾਇਆ ਸੀ, ਤਾਂ ਮੇਰੇ ਪੁੱਤ ਪੋਤਿਆਂ ਦਾ ਅੱਜ ਰਾਜ ਕਾਇਮ ਹੈ। ਪਾਤਸ਼ਾਹ ਦੱਸੋ ਕੀ ਚਾਹੀਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਸਾਨੂੰ ਨਗਰ ਵਸਾਉਣ ਲਈ ਜ਼ਮੀਨ ਦਾ ਟੁਕੜਾ ਚਾਹੀਦਾ ਹੈ, ਪਰ ਮਹਾਰਾਣੀ ਅਸੀਂ ਉਹ ਮੁਫਤ ਵਿੱਚ ਨਹੀਂ ਲੈਣਾ, ਪੈਸੇ ਤਾਰ ਕੇ ਲੈਣੇ। ਕਿਉਂ? ਪਤਾ ਸੀ ਜੇ ਉਂਝ ਜ਼ਮੀਨ ਲਈ ਰਾਜੇ ਲੋਕ ਬਾਅਦ ਵਿੱਚ ਫਿਰ ਦਾਵਾ ਕਰਨ ਲੱਗ ਪੈਂਦੇ ਨੇ। 9ਵੇਂ ਪਾਤਸ਼ਾਹ ਨੇ ਮਾਇਆ ਤਾਰ ਕੇ ਉਹ ਮਾਖੋਵਾਲ ਦੈਨ ਦੀ ਪਹਾੜੀ ਵਾਲੀ ਜਗ੍ਹਾ ਖਰੀਦੀ। ਉੱਥੇ ਪਾਤਸ਼ਾਹ ਨੇ ਨਗਰ ਵਸਾਇਆ। ਆਪਣੀ ਮਾਤਾ ਦੇ ਨਾਮ ਉੱਤੇ ਪਹਿਲਾਂ ਨਾਮ ਰੱਖਿਆ ਚੱਕ ਨਾਨਕੀ। ਕਿੰਨਾ ਸਮਾਂ ਉਸ ਨਗਰ ਨੂੰ ਚੱਕ ਗੁਰੂ ਚੱਕ ਨਾਨਕੀ ਕਹਿੰਦੇ ਰਹੇ। ਸਾਧ ਸੰਗਤ ਵਕਤ ਆਇਆ, ਉਹ ਨਗਰ ਦਾ ਨਾਮ ਮਾਖੋਵਾਲ ਵੀ ਪੈ ਗਿਆ, ਚੱਕ ਨਾਨਕੀ ਵੀ ਰਿਹਾ। ਇੱਕ ਵਕਤ ਆਇਆ ਜਿੱਦਣ ਉਸ ਨਗਰ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਪਿਆ। ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਜਗ੍ਹਾ ਉੱਤੇ ਜਦੋਂ ਪਾਤਸ਼ਾਹ ਨੇ ਘਰ ਬਣਾਏ, ਮਹਿਲ ਉਸਾਰਨੇ ਸ਼ੁਰੂ ਕੀਤੇ, ਉਦੋਂ ਸਾਧ ਸੰਗਤ 3 ਮਹੀਨਿਆਂ ਵਿੱਚ ਹੀ ਪਾਤਸ਼ਾਹ ਨੇ ਵੱਡੇ ਵੱਡੇ ਮਹਿਲ, ਛੰਨਾਂ, ਪਹਾੜੀਆਂ, ਘਰ ਬਣਾ ਦਿੱਤੇ ਉਹਦੇ ਉੱਤੇ। ਜਦੋਂ ਪਾਤਸ਼ਾਹ ਦਾ ਸੁੰਦਰ ਮਹਿਲ ਬਣ ਗਿਆ, ਅੱਜ ਕਦੇ ਅਨੰਦਪੁਰ ਸਾਹਿਬ ਜਾਇਓ, ਕੇਸਗੜ੍ਹ ਸਾਹਿਬ ਦੀ ਪਹਾੜੀ ਤੋਂ ਭੋਏ ਉਤਰ ਕੇ ਸੱਜੇ ਹੱਥ ਗੁਰੂ ਦਾ ਸਥਾਨ ਹੈ, ਜਿੱਥੇ ਪਾਤਸ਼ਾਹ ਦਾ ਘਰ ਸੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਗਰ ਵਸਾਇਆ, ਘਰ ਬਣ ਗਏ। ਉੱਚੀ ਪਹਾੜੀ ਤੋਂ ਜੋਗੀ ਉਤਰ ਕੇ ਰੋਪੜ ਦੇ ਇਲਾਕੇ ਵਿੱਚ ਆਉਂਦੇ ਸੀ। ਰਸਤਾਂ ਪਿੰਡਾਂ ਚੋਂ ਇਕੱਠੀਆਂ ਕਰਕੇ ਫਿਰ ਪਹਾੜ ਤੇ ਚੜ ਜਾਂਦੇ ਸੀ। ਕਈ ਮਹੀਨਿਆਂ ਬਾਅਦ ਕੁਝ ਜੋਗੀਆਂ ਦਾ ਟੋਲਾ ਅੱਜ ਰੋਪੜ ਦੇ ਇਲਾਕੇ 'ਚ ਰਸਤਾ ਮੰਗਣ ਆਇਆ। ਜਦੋਂ ਪਹਾੜੀ ਉਤਰੇ, ਪਿੰਡ ਵਸਿਆ ਵੇਖ ਕੇ ਹੈਰਾਨ ਹੋ ਗਏ। 3 ਮਹੀਨੇ ਪਹਿਲਾਂ ਕੁਝ ਵੀ ਨਹੀਂ ਸੀ, 3 ਮਹੀਨਿਆਂ 'ਚ ਪਿੰਡ ਕਿਵੇਂ ਵਸ ਗਿਆ? ਇਹ ਕਿਹਨੇ ਵਸਾਇਆ? ਲੱਕੜਾਂ ਵੱਢਦੇ ਇੱਕ ਸਿੱਖ ਨੂੰ ਪੁੱਛਿਆ, ਉਹਦਾ ਨਾਮ ਭਾਈ ਦਿਆਲ ਦਾਸ ਆਇਆ, ਜਿਹੜਾ ਬਾਅਦ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਸ਼ਹਾਦਤ ਦਿੰਦਾ ਜਾ। ਦਿਆਲ ਦਾਸ ਨੂੰ ਲੱਕੜਾਂ ਵੱਢਦਿਆਂ ਪੁੱਛਦੇ ਨੇ ਜੋਗੀ, ਭਾਈ ਇਹ ਮਹਿਲ ਕੌਣ ਬਣਾ ਰਿਹਾ ਹੈ, ਨਗਰ ਕੌਣ ਵਸਾ ਰਿਹਾ ਹੈ? ਉਹਨੇ ਕਿਹਾ, ਗੁਰੂ ਨਾਨਕ ਸਾਹਿਬ ਦੀ 9ਵੀਂ ਜੋਤ ਧੰਨ ਗੁਰੂ ਤੇਗ ਬਹਾਦਰ ਸਾਹਿਬ। ਇੱਕ ਜੋਗੀ ਵੱਡੀ ਉਮਰ ਦਾ ਹੱਸ ਕੇ ਮੁਖੌਲ ਉਡਾ ਕੇ ਕਹਿੰਦਾ, ਜਾਂ ਤਾਂ ਉਹ ਗੁਰੂ ਨਾਨਕ ਦੀ ਜੋਤ ਨਹੀਂ, ਤੇ ਜੇ ਗੁਰੂ ਨਾਨਕ ਦੀ ਜੋਤ ਹੈ, ਉਹਨੂੰ ਮਹਿਲ ਬਣਾਉਣ ਦੀ ਕੀ ਲੋੜ ਹੈ? ਗੁਰੂ ਨਾਨਕ ਸਾਹਿਬ ਨੇ ਘੁੰਮ ਫਿਰ ਕੇ ਪ੍ਰਚਾਰ ਕਰਕੇ, ਉਦਾਸੀਆਂ ਕਰਕੇ ਪ੍ਰਚਾਰ ਕੀਤਾ ਹੈ। ਐਡੇ ਵੱਡੇ ਮਹਿਲ, ਪਹਾੜੀ ਤੇ ਨਗਰ ਵਸਾਉਣ ਦੀ ਕੀ ਲੋੜ ਹੈ? ਜਾਂ ਤਾਂ ਉਹ ਗੁਰੂ ਤੇਗ ਬਹਾਦਰ ਸਾਹਿਬ 9ਵੀਂ ਜੋਤ ਨਹੀਂ ਹੈ। ਜੇ 9ਵੀਂ ਜੋਤ ਹੈ, ਫਿਰ ਪਿੰਡ ਕਿਉਂ ਵਸਾ ਰਹੇ ਨੇ? ਘੁੰਮ ਕੇ ਪ੍ਰਚਾਰ ਕਰਨ ਨਾਮ ਦਾ।
ਤਾਂ ਭਾਈ ਦਿਹਾਲ ਦਾਸ ਨੇ ਕਿਹਾ ਇਹਦਾ ਜਵਾਬ ਤਾਂ ਗੁਰੂ ਦੇ ਸਕਦਾ ਹੈ। ਵੇ ਨਗਰ ਕਿਉਂ ਵਸਾ ਰਿਹਾ ਹੈ? ਮੇਰੇ ਗੁਰੂ ਨੇ ਜਿੱਥੇ ਰਹੇ ਉੱਥੇ ਨਗਰ ਵਸਾਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਕਿਉਂ ਵਸਾ ਰਹੇ ਨੇ? ਇਹਦਾ ਜਵਾਬ ਤਾਂ ਗੁਰੂ ਦੇ ਸਕਦਾ ਹੈ। ਉਹ ਜੋਗੀਆਂ ਨੇ ਕਿਹਾ ਚੱਲ ਬਈ ਅਸੀਂ ਲੰਘਦਿਆਂ ਤੇਰੇ ਨਗਰ ਚੋਂ ਲੰਘਾਂਗੇ, ਤੇਰੇ ਗੁਰੂ ਕੋਲੋਂ ਪੁੱਛਦੇ ਹਾਂ ਕਿਉਂ ਵਸਾ ਰਿਹਾ। ਸ਼ਾਮਾਂ ਪੈ ਚੁੱਕੀਆਂ ਸਨ, ਪਾਤਸ਼ਾਹ ਦਾ ਦਰਬਾਰ ਸਮਾਪਤ ਹੋਣ ਲੱਗਾ। ਭਾਈ ਦਿਹਾਲ ਦਾਸ ਨੇ ਕਿਹਾ ਮਹਾਰਾਜ ਜੋਗੀ ਆਏ ਨੇ, ਸਵਾਲ ਕਰਦੇ ਨੇ ਨਗਰ ਕਿਉਂ ਵਸਾ ਰਹੇ ਹੋ? ਗੁਰੂ ਤੇਗ ਬਹਾਦਰ ਮਹਾਰਾਜ ਨੇ ਅਦਬ ਨਾਲ ਕਿਹਾ ਜੋਗੀਆਂ ਨੂੰ, ਸਾਧ ਜਨੋ ਪ੍ਰਸ਼ਾਦਾ ਪਾਣੀ ਛਕੋ, ਰਾਤ ਰਹੋ, ਕੱਲ ਸਵੇਰੇ ਤੁਹਾਨੂੰ ਜਵਾਬ ਦਵਾਂਗੇ ਨਗਰ ਕਿਉਂ ਵਸਾ ਰਹੇ। ਜਦੋਂ ਰਾਤ ਭੋਜਨ ਪ੍ਰਸ਼ਾਦਾ ਛਕ ਕੇ ਸੁੱਤੇ ਨਾ, ਸੁੱਤਿਆਂ ਪਿਆ ਮੌਲੇ ਸ਼ਾਹ ਉਹ ਜੋਗੀ ਨੂੰ, ਦਰਵੇਸ਼ ਨੂੰ ਸੁਪਨਾ ਆਇਆ। ਇੱਕ ਬੇਨਤੀ ਸਮਝੋ, ਗੁਰੂ ਸੁਪਨੇ ਵਿੱਚ ਹੀ ਦੁਬਦਾ ਦੂਰ ਕਰ ਦਿੰਦਾ ਹੈ। ਜੇ ਗੁਰੂ ਚਾਹਵੇ ਸੁਪਨੇ ਵਿੱਚ ਬੰਧਨ ਕੱਟ ਦਿੰਦਾ ਹੈ, ਜੇ ਗੁਰੂ ਚਾਹਵੇ ਸੁਪਨੇ ਵਿੱਚ ਜਨਮ ਮਰਨ ਮਿਟਾ ਦਿੰਦਾ ਹੈ। ਇਹ ਗੁਰੂ ਦੀ ਵਡਿਆਈ ਹੈ। ਪਰ ਯਾਦ ਰੱਖਿਓ, ਸੁਪਨਾ ਉਹ ਬਣਦਾ ਜੋ ਤੁਸੀਂ ਦਿਨ ਦੇ ਵੇਲੇ ਵਿਚਾਰ ਸੋਚਦੇ ਹੋ। ਇਹ ਸਾਧ ਸੰਗਤ, ਅੰਗਰੇਜ਼ ਇੱਕ ਫਿਲਾਸਫਰ ਹੋਇਆ ਮਿਸਟਰ ਫਰਾਇਡ, ਉਹਨੇ ਸੁਪਨੇ ਤੇ ਬਹੁਤ ਲੰਬੀ ਚੌੜੀ ਫਿਲਾਸਫੀ ਲਿਖੀ। ਉਹਨੇ ਕਿਹਾ ਕਈ ਸਾਲ, ਕਈ ਦਹਾਕੇ, ਕਈ ਜਨਮਾਂ ਤੋਂ ਬਾਅਦ ਚਿੱਤ ਵਿੱਚ ਚਿਤਵੇ ਹੋਏ ਫੁਰਨੇ ਇੱਕ ਦਿਨ ਸੁਪਨੇ ਬਣਨ ਲੱਗ ਪੈਂਦੇ। ਹੋ ਸਕਦਾ ਹੈ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਵਾਪਰੇਗਾ, ਸੁਪਨੇ ਵਿੱਚ ਤੁਸੀਂ ਉੱਥੇ ਚਲੇ ਜਾਂਦੇ ਹੋ ਜਿਹੜੀ ਜਗ੍ਹਾ ਤੁਸੀਂ ਕਦੇ ਗਏ ਨਹੀਂ, ਪਰ ਤੁਹਾਨੂੰ ਉੱਠ ਕੇ ਐਂ ਲੱਗਦਾ ਵੀ ਉੱਥੇ ਗਿਆ ਹੋਇਆ ਮੈਂ ਕਦੇ, ਜਾਂ ਕਿਸੇ ਜਗ੍ਹਾ ਉੱਤੇ ਪਹੁੰਚੋ ਐਂ ਲੱਗਦਾ ਵੀ ਇੱਥੇ ਪਹਿਲੇ ਵੀ ਆਇਆ। ਸਾਧ ਸੰਗਤ, ਸੁਪਨਾ ਉਹ ਕੁਝ ਆਉਂਦਾ ਜਿਹੜੇ ਬੰਦੇ ਕਦੇ ਵੇਖੇ ਨਹੀਂ। ਕਿਉਂ? ਕਈ ਦਹਾਕੇ, ਕਈ ਸਾਲ, ਔਰ ਹੋ ਸਕਦਾ ਕਈ ਜਨਮਾਂ ਦੇ ਚਿੱਤ ਵਿੱਚ ਚਿਤਵੇ ਹੋਏ ਫੁਰਨੇ ਇਸ ਮਨ ਦੇ ਨਾਲ ਕਦੇ ਅਚੇਤ ਮਨ ਵਿੱਚ ਸੁਪਨਾ ਬਣ ਸਕਦਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਜਨਮਾਂ ਜਨਮਾਂ ਦੀ ਮੈਲ ਹੈ। ਕਈ ਜਨਮਾਂ ਤੋਂ ਚੱਲੇ ਹੋਏ ਕਰਮ ਕਈ ਵਾਰ ਸੁਪਨੇ ਵਿੱਚ ਚੱਲਦੇ ਨੇ, ਔਰ ਜਿਹਨੂੰ ਵਿਚਾਰ ਕਰੋਗੇ ਉਹ ਸੁਪਨਾ ਨਾਲ ਚੱਲਦਾ ਹੈ। ਜਿਹਨੂੰ ਛੇਤੀ ਜਿੱਦਾਂ ਕੱਲ ਸੋਚਿਆ ਉਹ ਨਾਲ ਅਗਲੀ ਰਾਤ ਸੁਪਨਾ ਬਣ ਜਾਏ, ਇਹ ਸਮਝੋ ਉਹ ਬੰਦਾ ਨਿਰਮਲਤਾਈ ਦੇ ਨੇੜੇ ਹੈ। ਦਰਮੇਸ਼ ਮੌਲੇ ਸ਼ਾਹ ਬੰਦਗੀ ਵਾਲਾ ਸੀ, ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ੱਕ ਕੀਤੀ, ਅੱਜ ਰਾਤ ਨੂੰ ਆਨੰਦਪੁਰ ਸਾਹਿਬ ਵਿੱਚ ਸੁੱਤਾ, ਉਹਨੂੰ ਸੁਪਨਾ ਆ ਗਿਆ। ਸੁਪਨਾ ਕੀ ਆਇਆ? ਗੁਰੂ ਨੇ ਸੁਪਨੇ ਵਿੱਚ ਜਵਾਬ ਦੇਣਾ ਸੀ ਉਹਨੂੰ। ਜਦੋਂ ਸੁਪਨਾ ਆਇਆ, ਸੁਪਨੇ ਵਿੱਚ ਉਹ ਜੰਗਲ ਵਿੱਚ ਘੁੰਮਦਾ ਹੈ, ਮੀਂਹ ਹਨੇਰੀ ਝੱਖੜ ਗੜੇ ਪੈ ਰਹੇ ਨੇ। ਗੜਿਆਂ ਤੋਂ, ਮੀਂਹ ਹਨੇਰੀ ਤੋਂ ਬਚਾਅ ਕਰਨ ਵਾਸਤੇ ਇੱਕ ਦਰਖਤਾਂ ਦੀ ਬਣੀ ਹੋਈ ਝਿੜੀ ਵਿੱਚ ਲੁਕ ਗਿਆ, ਜਿਹਨੂੰ ਘੁਰਨਾ ਕਹਿੰਦੇ ਨੇ। ਉਹ ਝਿੜੀ ਵਿੱਚ ਦਰਖਤ ਦਾ ਓਟ ਲਿਆ ਹੋਵੇ, ਅਜੇ ਮੀਂਹ ਪੈਂਦਾ ਹੈ, ਗੜੇ ਪੈਂਦੇ ਨੇ, ਆਪਣੇ ਆਪ ਨੂੰ ਬਚਾਉਣ ਲਈ ਦਰਖਤਾਂ ਦੀ ਝਿੜੀ 'ਚ ਵੜ ਗਿਆ। ਅਜੇ ਮੋਲੇ ਧਾਰ, ਮੀਂਹ ਵਰਖਾ, ਗੜੇ ਪੈ ਰਹੇ ਨੇ। ਇੰਨੇ ਨੂੰ ਇੱਕ ਖੂੰਖਾਰ ਸ਼ੇਰ ਆ ਗਿਆ। ਜਦੋਂ ਸਾਹਮਣੇ ਸ਼ੇਰ ਆਇਆ, ਹੁਣ ਉਹ ਘੁਰਨੇ 'ਚ ਲੁਕਿਆ, ਝਿੜੀ 'ਚ ਲੁਕਿਆ, ਡਰਦਾ ਸ਼ੇਰ ਖਾ ਜਾਏਗਾ, ਪਰ ਸ਼ੇਰ ਨੇ ਖਾਧਾ ਨਹੀਂ। ਸ਼ੇਰ ਝਿੜੀ ਤੋਂ, ਘੁਰਨੇ ਤੋਂ ਬਾਹਰ ਬਹਿ ਗਿਆ। ਪੈਂਦੇ ਹੋਏ ਗੜਿਆਂ ਦੇ ਨਾਲ ਸ਼ੇਰ ਦੀ ਮੌਤ ਹੋ ਗਈ। ਇੰਨੇ ਨੂੰ ਬਿਜਲੀ ਲਸ਼ਕੀ, ਦਿਨ ਚੜਿਆ, ਮੀਂਹ ਹਟ ਗਿਆ। ਜਦੋਂ ਬਿਜਲੀ ਦਾ ਖੜਾਕ ਹੋਇਆ, ਉਹਦੀ ਜਾਗ ਖੁੱਲ ਗਈ। ਉਹ ਸੋਚਦਾ ਮੈਂ ਤੇ ਆਨੰਦਪੁਰ ਸਾਹਿਬ ਹਾਂ, ਮੈਂ ਤੇ ਉਹ ਜਗ੍ਹਾ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਮੈਂ ਸਵਾਲ ਪੁੱਛਣ ਆਇਆ ਸੀ। ਉੱਠਿਆ, ਆਲੇ ਦੁਆਲੇ ਵੇਖਿਆ, ਕੁਝ ਸਿੱਖ ਜਾਗੇ ਹੋਏ ਨੇ, ਕੋਈ ਇਸ਼ਨਾਨ ਕਰਦਾ, ਕੋਈ ਬਾਣੀ ਪੜ੍ਹਦਾ, ਤੇ ਸਾਧ ਸੰਗਤ ਇਹਨੇ ਵੀ ਉੱਠ ਕੇ ਆਪਣਾ ਪੂਜਾ ਪਾਠ ਕੀਤਾ। ਜਦੋਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਦੀਵਾਨ ਸਜਿਆ, ਮੋਹਰੇ ਆ ਕੇ ਬਹਿ ਗਿਆ। ਚਿੱਤ ਵਿੱਚ ਜਦੋਂ ਦੀਵਾਨ ਸਮਾਪਤ ਹੋਏ, ਮੈਂ ਸਵਾਲ ਪੁੱਛਣਾ, ਜਿਹੜਾ ਗੁਰੂ ਸਿੱਖਾਂ ਨੂੰ ਕਹਿੰਦਾ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਉਹ ਗੁਰੂ ਫਿਰ ਮਹਿਲ ਕਿਉਂ ਬਣਾ ਰਿਹਾ? ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੀਵਾਨ ਸਮਾਪਤ ਕੀਤਾ, ਪਾਤਸ਼ਾਹ ਉੱਠ ਕੇ ਤਖਤ ਤੋਂ ਤੁਰਨ ਲੱਗੇ। ਇਹ ਮੌਲੇ ਸ਼ਾਹ ਦਰਵੇਸ਼ ਯੋਗੀਆਂ ਨੂੰ ਨਾਲ ਲੈ ਕੇ ਪਹੁੰਚਿਆ, ਬੋਲਿਆ, ਕਹਿੰਦਾ ਜੀ ਮੇਰੇ ਸਵਾਲ ਦਾ ਜਵਾਬ ਤਾਂ ਦੇ ਦਿਓ, ਮੇਰੇ ਸਵਾਲ ਦਾ ਜਵਾਬ ਤਾਂ ਦੇ ਦਿਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮੁਸਕਰਾ ਪਏ, ਕਹਿੰਦੇ ਮੌਲੇ ਸ਼ਾਹ ਜਵਾਬ ਤਾਂ ਰਾਤੀ ਸੁਪਨੇ ਵਿੱਚ ਹੀ ਦੇਤਾ ਤੈਨੂੰ, ਜਵਾਬ ਤਾਂ ਰਾਤ ਤੈਨੂੰ ਸੁਪਨੇ ਵਿੱਚ ਮਿਲ ਗਿਆ। ਕਹਿੰਦਾ ਮਹਾਰਾਜ ਸੁਪਨੇ ਵਿੱਚ? ਕਹਿ ਲਗੇ ਹਾਂ, ਜੋ ਰਾਤੀ ਤੇਰੇ ਨਾਲ ਸੁਪਨਾ ਵਰਤਿਆ ਇੱਕ ਵਾਰ ਸਾਰਿਆਂ ਨੂੰ ਸੁਣਾ, ਤੈਨੂੰ ਜਵਾਬ ਰਾਤੀ ਦੇ ਦਿੱਤਾ ਸੀ।
ਉਹਨੇ ਸੁਪਨਾ ਸੁਣਾਇਆ, ਕਹਿੰਦਾ ਮਹਾਰਾਜ ਰਾਤੀ ਮੈਂ ਸੁਪਨੇ ਵਿੱਚ ਕਿਸੇ ਜੰਗਲ ਵਿੱਚ ਘਿਰ ਗਿਆ, ਮੀਂਹ ਹਨੇਰੀ ਝੱਖੜ ਗੜੇ ਬਾਰਿਸ਼ ਪੈਣ ਲੱਗ ਪਈ, ਗੜਿਆਂ ਤੇ ਮੀਂਹ ਤੋਂ ਮੈਂ ਬਚਾਅ ਦੀ ਖਾਤਰ ਇੱਕ ਝਿੜੀ ਵਿੱਚ ਘੁਰਨੇ ਛੁਪ ਗਿਆ, ਇੰਨੇ ਨੂੰ ਮੋਰੇ ਸ਼ੇਰ ਆ ਗਿਆ, ਸ਼ੇਰ ਨੇ ਮੈਨੂੰ ਖਾਧਾ ਨਹੀਂ, ਕਿਉਂਕਿ ਉਹ ਝਿੜੀ ਉਹ ਘੁਰਨਾ ਸ਼ੇਰ ਦਾ ਘਰ ਸੀ, ਉਹ ਸ਼ੇਰ ਨੇ ਮੈਨੂੰ ਨਹੀਂ ਖਾਧਾ, ਬਾਹਰ ਬਹਿ ਗਿਆ, ਗੜੇ ਪੈ ਕੇ ਸ਼ੇਰ ਦੀ ਮੌਤ ਹੋ ਗਈ, ਬਿਜਲੀ ਲਸ਼ਕੀ, ਇੰਨੇ ਨੂੰ ਮੇਰੀ ਯਾਦ ਖੁੱਲ ਗਈ, ਮੈਂ ਵੇਖਿਆ ਮੈਂ ਤੁਹਾਡੀ ਨਗਰੀ ਵਿੱਚ ਅਨੰਦਪੁਰ ਸਾਹਿਬ। ਮਹਾਰਾਜ ਜਵਾਬ ਕੀ ਮਿਲਿਆ? ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਸੁਪਨੇ ਵਿੱਚ ਤੂੰ ਗੜਿਆਂ ਤੋਂ ਬਚਣ ਵਾਸਤੇ ਆਪਣੀ ਜਾਨ ਬਚਾਉਣ ਲਈ ਝਿੜੀ ਵਿੱਚ ਸ਼ੇਰ ਦੇ ਘੁਰਨੇ 'ਚ ਲੁਕਿਆ, ਤੇ ਸ਼ੇਰ ਦੇ ਘੁਰਨੇ ਸ਼ਰਨ ਵਿੱਚ ਆਏ ਨੂੰ ਸ਼ੇਰ ਨੇ ਖਾਧਾ ਨਹੀਂ, ਆਪ ਬਾਹਰ ਬਹਿ ਕੇ ਗੜਿਆਂ ਦੀ ਤਾਪ ਝੱਲ ਕੇ ਉਹ ਸ਼ੇਰ ਮਰ ਗਿਆ, ਪਰ ਤੇਰੀ ਜਾਨ ਉਹਨੇ ਬਚਾ ਲਈ, ਤੈਨੂੰ ਨਹੀਂ ਖਾਧਾ। ਕਹਿੰਦੇ ਇਸ ਤੋਂ ਬਾਅਦ ਬਿਜਲੀ ਲਸ਼ਕੀ, ਤੇਰੀ ਜਾਗ ਖੁੱਲ ਗਈ। ਤੇਰਾ ਸਵਾਲ ਇਹ ਹੈ, ਜੇ ਗੁਰੂ ਕਹਿੰਦਾ ਜਗ ਰਚਨਾ ਸਭ ਝੂਠ ਹੈ ਤੇ ਮਹਿਲ ਕਿਉਂ ਬਣਾ ਰਿਹਾ? ਜੇ ਗੁਰੂ ਕਹਿੰਦਾ ਸਭ ਕੁਝ ਝੂਠ ਹੈ, ਇਹ ਮਹਿਲ ਇਹ ਘਰ ਕਿਉਂ ਬਣਾਏ ਜਾ ਰਹੇ ਨੇ, ਇਹ ਨਗਰ ਕਿਉਂ ਸਜਾਇਆ ਹੈ? ਕਹਿੰਦੇ ਸੁਣ, ਇਹ ਆਨੰਦਪੁਰ ਸਾਹਿਬ ਨਗਰ ਇਸ ਲਈ ਵਸਿਆ ਮੌਲੇ ਸ਼ਾਹ, ਜਿਵੇਂ ਸ਼ੇਰ ਦੀ ਸ਼ਰਨ ਵਿੱਚ ਗਿਆ, ਸ਼ੇਰ ਨੇ ਤੇਰੀ ਜਾਨ ਬਚਾਈ, ਤੈਨੂੰ ਖਾਧਾ ਨਹੀਂ, ਆਪ ਤਾਂ ਗੜਿਆਂ ਨਾਲ ਮਰ ਗਿਆ। ਕਹਿੰਦੇ ਆਨੰਦਪੁਰ ਸਾਹਿਬ ਇਸ ਲਈ ਵਸਾਇਆ ਜਾ ਰਿਹਾ ਹੈ, ਇੱਕ ਦਿਨ ਵਕਤ ਆਏਗਾ ਜਦੋਂ ਕੋਈ ਦੁਖੀ ਦੀਨ ਲੋਕ ਆ ਕੇ ਇਸ ਘਰ ਵਿੱਚ ਸ਼ਰਨ ਲੈਣਗੇ, ਜਿੱਦਣ ਉਹ ਸ਼ਰਨ ਮੰਗਣਗੇ ਉਦਣ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਤਾਂ ਕਟਾ ਲਏਗਾ, ਪਰ ਉਹਨਾਂ ਦੇ ਤਿਲਕ ਜੰਜੂ ਨਹੀਂ ਲੈਣ ਦੇਗਾ। ਕਹਿੰਦੇ ਸ਼ੇਰ ਨੇ ਮਰਨਾ ਕਬੂਲ ਕਰ ਲਿਆ, ਪਰ ਤੈਨੂੰ ਨਹੀਂ ਖਾਧਾ ਸ਼ਰਨ ਵਿੱਚ ਗਏ ਨੂੰ। ਤਬ ਗੁਣ ਕਹਾਂ ਜਗਤ ਗੁਰਾਂ ਜੋ ਕਰਮ ਨਾ ਨਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸੈ। ਕਹਿੰਦੇ ਜਿੱਦਣ ਕੋਈ ਆਨੰਦਪੁਰ ਸਾਹਿਬ ਦੀ ਸ਼ਰਨ ਲੈਣ ਆਏਗਾ, ਹੱਥ ਜੋੜ ਕੇ ਕੋਈ ਸ਼ਰਨ ਵਿੱਚ ਆਏਗਾ, ਉਦਣ ਸ਼ਰਨ ਆਇਆਂ ਦੀ ਲਾਜ ਰੱਖਾਂਗੇ, ਤਿਲਕ ਜੰਜੂ ਨਹੀਂ ਲੱਥਣ ਦੇਾਂਗੇ, ਸੀਸ ਭਾਵੇਂ ਲੱਥ ਜਾਏ। ਉਹੀਓ ਗੱਲ ਫਿਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਰਤਾਈ, ਜਿੱਦਣ ਪੰਡਤ ਕਿਰਪਾ ਰਾਮ 40 ਪੰਡਤਾਂ ਨੂੰ ਲੈ ਕੇ ਆ ਕੇ ਅਰਦਾਸ ਕਰਦਾ, ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ, ਸਾਡੇ ਤਿਲਕ ਜੰਜੂ ਨੂੰ ਬਚਾਓ, ਸਾਡੇ ਮੰਦਰ ਢੱਠ ਗਏ ਨੇ, ਦੁਆਰਾ ਨਹੀਂ ਬਣਾਏ ਗਏ, ਸਾਡੇ ਤਿਲਕ ਜੰਜੂ ਕਸ਼ਮੀਰ ਵਿੱਚ ਕੰਛੀ ਵਿੱਚ ਲੈ ਗਏ ਨੇ, ਮਹਾਰਾਜ ਧਰਮ ਖਤਰੇ ਵਿੱਚ ਹੈ। ਉਦਣ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਠ ਕੇ ਬਾਹ ਪਕੜ ਕੇ ਰੋਂਦੇ ਕਿਰਪਾ ਰਾਮ ਪੰਡਤ ਨੂੰ ਕਿਹਾ ਸੀ, ਕਿਰਪਾ ਰਾਮ ਵਿਸ਼ਵਾਸ ਰੱਖਿਓ, ਹੁਣ ਜਾਂ ਤੁਹਾਡਾ ਤਿਲਕ ਜੰਜੂ ਰੰਗਜ਼ੇਬ ਲਾ ਨਹੀਂ ਸਕੇਗਾ, ਸਾਡਾ ਸੀਸ ਭਾਵੇਂ ਲੱਥ ਜਾਏ, ਪਰ ਸ਼ਰਤ ਇੱਕ ਹੈ, ਵਿਸ਼ਵਾਸ ਰੱਖਿਓ, ਇਹ ਨਾ ਹੋਵੇ ਅਸੀਂ ਤੁਹਾਡੀ ਖਾਤਰ ਖਲੋ ਜਾਈਏ, ਤੁਸੀਂ ਜਾ ਕੇ ਫਿਰ ਉਹਦੇ ਚਰਨਾਂ 'ਚ ਡਿੱਗ ਜਾਓ, ਉਹਦੇ ਪੈਰਾਂ ਵਿੱਚ ਨਾ ਪੈ ਜਾਓ, ਜਾਓ ਤੁਹਾਡਾ ਧਰਮ ਅਸੀਂ ਬਚਾਵਾਂਗੇ, ਪਰ ਵਿਸ਼ਵਾਸ ਰੱਖਿਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਵਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਵਾਹ ਨਾ ਛੋਡੀਐ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਤਿਲਕ ਤੇ ਜੰਜੂ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰਨ ਲਈ ਤੁਰ ਪਏ। ਹਜ਼ੂਰ 3 ਸਿੱਖਾਂ ਨੂੰ ਨਾਲ ਲੈ ਕੇ ਗਏ। ਸ਼ਹਾਦਤ ਦਾ ਪ੍ਰਸੰਗ ਤੁਸੀਂ ਸੁਣਨਾ ਹੈ, ਪਰ ਸ਼ਹੀਦ ਕਿਹਨੂੰ ਕਹਿੰਦੇ ਨੇ ਸੁਣਿਓ। ਹਰ ਇੱਕ ਸਿੱਖ ਸ਼ਹੀਦ ਨਹੀਂ ਹੋ ਸਕਦਾ। ਪਾਤਸ਼ਾਹ ਦੇ ਨਾਲ 3 ਸਿੱਖ ਸ਼ਹੀਦ ਹੋਏ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ। ਹਰ ਇੱਕ ਸਿੱਖ ਸ਼ਹੀਦ ਨਹੀਂ ਹੋ ਸਕਦਾ। ਕਿਉਂ? ਸ਼ਹੀਦ ਦੀ ਡਿਗਰੀ ਅਲੱਗ ਹੈ, ਸ਼ਹੀਦ ਦਾ ਸਬਜੈਕਟ ਅਲੱਗ ਹੈ, ਸ਼ਹੀਦ ਦੀ ਪੜ੍ਹਾਈ ਅਲੱਗ ਹੈ। ਜਿਵੇਂ 10th ਤੱਕ ਸਭ ਵਿਦਿਆਰਥੀਆਂ ਦੀ ਪੜ੍ਹਾਈ ਇੱਕੋ ਹੁੰਦੀ ਹੈ, ਜਿੱਦਣ 10th ਪਾਸ ਕਰਕੇ 10ਵੀਂ ਤੋਂ 11th ਉਹ +1 ਵਿੱਚ ਜਾਂਦੇ ਨੇ, 11 ਵਿੱਚ ਜਾ ਕੇ ਸਬਜੈਕਟ ਬਦਲ ਜਾਂਦੇ ਨੇ। ਜਿਨ੍ਹਾਂ ਮੈਡੀਕਲ ਪੜ੍ਹਨਾ ਉਹਨਾਂ ਦਾ ਸਬਜੈਕਟ ਅਲੱਗ ਹੈ, ਜਿਨੀ ਨਾਨ ਮੈਡੀਕਲ ਪੜ੍ਹਨੇ ਅਲੱਗ ਕਿਤਾਬਾਂ ਨੇ, ਜਿਨ੍ਹਾਂ ਨੇ ਕਾਮਰਸ ਰੱਖਣੀ, ਮੈਥ ਰੱਖਣਾ ਅਲੱਗ ਸਬਜੈਕਟ ਹੈ, ਆਰਟਸ ਪੜ੍ਹਨੀ ਹੈ ਅਲੱਗ ਸਬਜੈਕਟ ਹੈ। ਏਦਾਂ ਹੁੰਦੇ ਸਟੂਡੈਂਟ ਨੇ, ਹੈ ਸਾਰੇ ਸਿੱਖ ਭਾਈ, ਜਿਨ੍ਹਾਂ ਨੇ ਸ਼ਹੀਦ ਬਣਨਾ ਉਹਨਾਂ ਦਾ ਸਬਜੈਕਟ ਅਲੱਗ ਹੈ। ਐਵੇਂ ਕੋ ਕਵੇ ਮੈਂ ਵੀ ਸ਼ਹੀਦ ਹੋ ਜਾਵਾਂਗਾ, ਹਰੇਕ ਨੂੰ ਸ਼ਹੀਦ ਨਹੀਂ ਤੁਸੀਂ ਕਹਿ ਸਕਦੇ। ਅਸੀਂ ਕਥਾ ਸੁਣਾਉਣ ਵਾਲੇ ਕਈ ਵਾਰ ਅਸੀਂ ਸ਼ਹੀਦ ਹੋ ਜਾਵਾਂਗੇ, ਨਹੀਂ। ਜੇ ਗੁਰੂ ਡਿਗਰੀ ਕਰਾਵੇ, ਸਿਰ ਤੇ ਹੱਥ ਰੱਖੇ, ਤਾਂ ਕੋਈ ਸ਼ਹੀਦ ਹੋ ਸਕਦਾ ਹੈ। ਮੈਂ ਤੁਹਾਨੂੰ ਕੌਮ ਦੇ ਇਦਾਂ ਦੇ ਸ਼ਹੀਦ ਗਿਣਾ ਦਾਂਗਾ ਜਿਨ੍ਹਾਂ ਨੇ ਸ਼ਹਾਦਤ ਦੇਣ ਤੋਂ 3 ਦਿਨ ਪਹਿਲਾਂ ਅੰਮ੍ਰਿਤ ਛਕਿਆ। ਸ਼ਹੀਦ ਹੋਣ ਤੋਂ ਹਫ਼ਤਾ ਪਹਿਲਾਂ ਖੰਡੇ ਵਾਟੇ ਦੀ ਪੌਲ ਛਕੀ ਹੈ। ਪਤਾ ਕਿਉਂ?
ਇਹ ਗੁਰੂ 10ਵੇਂ ਪਾਤਸ਼ਾਹ ਸਿਰ ਤੇ ਹੱਥ ਰੱਖਣ ਤੇ ਆਪ ਡਿਗਰੀ ਕਰਾਉਂਦੇ ਨੇ। ਬੰਦੇ ਦੇ ਵੱਸ ਦੀ ਗੱਲ ਨਹੀਂ, ਸ਼ਹਾਦਤ ਦਾ ਸਬਜੈਕਟ ਗੁਰੂ ਆਪ ਪੜਾਉਂਦਾ। ਸ਼ਹੀਦ ਕੌਣ ਹੈ? ਮੁਰਦਾ ਹੋਏ ਮੁਰੀਦ, ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ, ਭਰਮ ਪੋ ਖੋਵਣਾ ਪੱਖੇ ਦੀ ਤਾਗੀਦ, ਪੱਗ ਮਲ ਮਲ ਧੋਵਣਾ। ਭਾਈ ਜਿਹਦੇ ਅੰਦਰ ਸਿਦਕ ਤੇ ਸਬਰ ਪੱਕਾ ਹੋ ਜਾਏ ਉਹ ਸ਼ਹੀਦ ਹੈ। ਇੱਥੇ ਤੇ ਸਰਕਾਰ ਵੱਲੋਂ ਟਿਕਟ ਮਿਲ ਜਾਏ ਬੰਦਾ ਛੱਡਣ ਨੂੰ ਤਿਆਰ ਹੋ ਜਾਂਦਾ, ਕਹਿੰਦਾ ਕੋਈ ਗੱਲ ਨਹੀਂ। ਕੌਮ ਦੀਆਂ ਗੱਲਾਂ ਉਹ ਬੰਦੇ ਭੁੱਲ ਗਏ ਜਿਨ੍ਹਾਂ ਨੂੰ ਪੈਟਰੋਲ ਪੰਪ ਦੇ ਲਾਇਸੈਂਸ ਮਿਲ ਗਏ, ਜਿਨ੍ਹਾਂ ਨੂੰ ਕੋਈ ਹੋਰ ਚੀਜ਼ਾਂ ਮਿਲ ਗਈਆਂ, ਪਰ ਜਿਹਨੂੰ ਸ਼ਹੀਦ ਕਹਿੰਦੇ ਉਹ ਕਦੇ ਵਿਕ ਨਹੀਂ ਸਕਦਾ। ਸੱਜਣੋ, ਸ਼ਹੀਦ ਵਿਕਦੇ ਨਹੀਂ, ਵਕਤ ਆਉਂਦਾ ਸ਼ਹੀਦਾਂ ਦੀਆਂ ਤਸਵੀਰਾਂ ਵਿਕਦੀਆਂ ਨੇ। ਜਿਨ੍ਹਾਂ ਲੋਕਾਂ ਦੀ ਜ਼ਮੀਰ ਵਿਕ ਜਾਂਦੀ ਹੈ ਉਹਨਾਂ ਦੀ ਤਸਵੀਰ ਦੁਨੀਆ 'ਚ ਕਦੇ ਨਹੀਂ ਵਿਕਦੀ। ਤਸਵੀਰਾਂ ਉਹਨਾਂ ਦੀਆਂ ਵਿਕਦੀਆਂ ਨੇ ਜਿਹੜੇ ਜ਼ਮੀਰ ਕਰਕੇ ਜਿਉਂਦੇ ਰਹੇ। ਸ਼ਹੀਦ ਕਦੇ ਨਹੀਂ ਵਿਕਦਾ, ਵਕਤ ਪੈਣ ਤੇ ਦੁਨੀਆ ਦੀਆਂ ਤਸਵੀਰਾਂ ਖਰੀਦਦੀ ਹੈ, ਕਿਉਂਕਿ ਸ਼ਹੀਦ ਸਬਰ ਵਿੱਚ ਪੱਕਾ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਤਿੰਨਾਂ ਚੌਂਕਾਂ, ਉਹ ਚੌਂਕ ਦੇ 3 ਖੁੰਝਿਆਂ ਵਿੱਚ 3 ਸਿੱਖ ਕੈਦ ਕੀਤੇ ਨੇ। ਚੜ੍ਹਦੇ ਵੱਲ ਦੇ ਪਾਸੇ ਇੱਕ ਖੁੰਝਾ ਜਿਹੜਾ ਲਾਲ ਕਿਲੇ ਵਾਲਾ ਹੈ, ਉਧਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੈਦ ਕੀਤੇ ਨੇ। ਸਾਧ ਸੰਗਤ, ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਕਿਸੇ ਸਿੱਖ ਨੂੰ ਡਲਾਉਣ ਦੀ ਤਰਤੀਬ ਲੱਭੋ, ਤੇ ਕਾਜੀ ਨੂੰ ਕਹਿ ਕੇ ਤੋਰਿਆ, ਉਹ ਭਾਈ ਮਤੀ ਦਾਸ ਨੂੰ ਕਹਿ ਕੇ ਆ, ਉਹਦੀ ਜਾਨ ਬਖਸ਼ ਦਿੰਨੇ ਆ। ਕਹਿ ਕੇ ਆ ਭਾਈ ਮਤੀ ਦਾਸ ਨੂੰ, ਜਿੰਨਾ ਉਹਦਾ ਵਜਨ ਹੈ ਸਰੀਰ ਦਾ, ਇੰਨਾ ਤੋਲ ਕੇ ਸੋਨਾ ਦੇ ਦਾਂਗੇ ਉਹਨੂੰ। ਜਾ ਕਹਿ ਕੇ ਆ ਮਤੀ ਦਾਸ ਨੂੰ, ਤੈਨੂੰ ਲਾਹੌਰ ਦਾ ਸੂਬੇਦਾਰ, ਪੰਜਾਬ ਦਾ ਗਵਰਨਰ ਬਣਾ ਦਾਂਗੇ, ਤੈਨੂੰ ਰਾਜ ਵੀ ਦਿੱਤਾ, ਸੋਨਾ ਵੀ ਦਿੱਤਾ, ਜਾਨ ਵੀ ਬਖਸ਼ੀ, ਬਦਲੇ 'ਚ ਇੱਕ ਗੱਲ ਉਹ ਤੋਂ ਕਹਾ ਦੇ। ਆ ਗਿਆ ਕਾਜੀ, ਚੁਰਸਤੇ ਵਿੱਚ ਖਲੋ ਕੇ ਕਹਿੰਦਾ, ਮਤੀ ਦਾਸ ਤੇਰੇ ਤੇ ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੈ। ਇਹਨੂੰ ਨੀਤੀ ਕਹਿੰਦੇ ਨੇ, ਸਿੱਖਾਂ ਨੂੰ ਨੀਤੀ ਪੜ੍ਹਨੀ ਚਾਹੀਦੀ ਹੈ। ਇਹ 10ਵੇਂ ਪਾਤਸ਼ਾਹ ਦੇ 52 ਬਚਨ ਨੇ, ਇਹਨੂੰ ਨੀਤੀ ਕਹਿੰਦੇ ਨੇ। ਤੁਹਾਨੂੰ ਕਿਵੇਂ ਪ੍ਰੇਰਿਆ ਜਾਂਦਾ ਹੈ? ਔਰੰਗਜ਼ੇਬ ਬਾਦਸ਼ਾਹ ਤੇਰੇ ਤੇ ਖੁਸ਼ ਹੈ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਉਹ ਕੱਲੇ ਮਤੀ ਦਾਸ ਦੀ ਜਾਨ ਬਖਸ਼ ਦਿਓ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮਤੀ ਦਾਸ ਦਾ ਵਜਨ ਤੋਲ ਕੇ ਸੋਨਾ ਦੇ ਦਿਓ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮਤੀ ਦਾਸ ਨੂੰ ਪੰਜਾਬ ਦਾ ਸੂਬੇਦਾਰ, ਲਾਹੌਰ ਦਾ ਗਵਰਨਰ ਲਾ ਦਿਓ, ਪਰ ਬਦਲੇ ਵਿੱਚ ਤੈਨੂੰ ਇੱਕ ਗੱਲ ਕਹਿਣੀ ਪੈਣੀ ਹੈ। ਮਤੀ ਦਾਸ ਪੁੱਛਦੇ, ਉਹ ਕਿਹੜੀ? ਤੇ ਕਾਜੀ ਬੋਲਿਆ, ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਉਂਗਲ ਕਰਕੇ ਕਹਿ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ। ਇੰਨੀ ਗੱਲ ਸੁਣ ਕੇ ਭਾਈ ਮਤੀ ਦਾਸ ਰੋਹ ਵਿੱਚ ਆ ਗਏ। ਉੱਚੀ ਆਵਾਜ਼ 'ਚ ਬੋਲੇ, ਓਏ ਕਾਜੀ, ਕਹਿ ਦਿਓ ਔਰੰਗਜ਼ੇਬ ਨੂੰ, ਮਤੀ ਦਾਸ ਦੀ ਜੀਭ ਤਾਂ ਚੀਰੀ ਜਾ ਸਕਦੀ ਹੈ, ਪਰ ਇਹ ਜੀਭ ਤੋਂ ਇਹ ਨਹੀਂ ਮੈਂ ਕਹਿ ਸਕਦਾ ਗੁਰੂ ਦੀ ਸਿੱਖੀ ਛੱਡੀ। ਮੇਰੀ ਜੀਭ ਜ਼ੁਬਾਨ ਚੀਰੀ ਜਾ ਸਕਦੀ ਹੈ, ਪਰ ਜ਼ੁਬਾਨ ਤੋਂ ਤੁਸੀਂ ਇਹ ਨਹੀਂ ਅਖਵਾ ਸਕਦੇ ਮੈਂ ਗੁਰੂ ਦੀ ਸਿੱਖੀ ਛੱਡੀ। ਤਾਈਓ ਸੀਸ ਤੇ ਆਰਾ ਰੱਖ ਕੇ ਗੱਭਿਓਂ ਚੀਰਿਆ, ਜੀਭ ਚੀਰੀ ਗਈ, ਪਰ ਜ਼ੁਬਾਨ ਤੋਂ ਅਖਵਾ ਨਹੀਂ ਸਕੇ ਕਿ ਗੁਰੂ ਦੀ ਸਿੱਖੀ ਛੱਡੀ। ਪਤਾ ਕਿਉਂ? ਦੋਨੋਂ ਤਨ ਤੇ ਜਪਜੀ ਪੜ੍ਹੇ, ਦੇਖਤ ਸਭ ਕੋ ਅਸਚਰਜ ਬੜੇ। ਜਿਹੜਾ ਸਿੱਖ ਜਪਜੀ ਨਾਲ ਪਿਆਰ ਪਾ ਲੈ, ਸੱਜਣੋ, ਉਹਦਾ ਜ਼ਮੀਰ ਚੀਰਿਆ ਨਹੀਂ ਜਾ ਸਕਦਾ, ਉਹਦਾ ਸਰੀਰ ਚੀਰਿਆ ਜਾ ਸਕਦਾ। ਭਾਈ ਮਤੀ ਦਾਸ ਸਾਹਿਬ ਨੇ ਠੋਕਰ ਮਾਰੀ ਤੇ ਕਾਜੀ ਬੋਲਿਆ, ਕਹਿੰਦਾ ਤੈਨੂੰ ਅਸੀਂ ਸੋਨੇ ਨਾਲ ਤੋਲ ਰਹੇ ਸੀ, ਤੈਨੂੰ ਰਾਜ ਦੇ ਰਹੇ ਸੀ, ਤੇਰੀ ਜਾਨ ਬਖਸ਼ ਰਹੇ ਹਾਂ, ਤੂੰ ਸਿੱਖੀ ਨਹੀਂ ਛੱਡ ਰਿਹਾ। ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ? ਤੈਨੂੰ ਪਿੰਜਰੇ 'ਚ ਬੰਦ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ? ਤੇ ਜਵਾਬ ਸੁਣਿਓ, ਕਹਿੰਦੇ ਜਿਹੜਾ ਸੁੱਖ ਮੈਨੂੰ ਗੁਰੂ ਦੀ ਸੇਵਾ 'ਚੋਂ ਮਿਲਿਆ, ਕਾਜੀ ਸਾਹਿਬ ਕਹਿ ਦਿਓ ਔਰੰਗਜ਼ੇਬ ਨੂੰ, ਰਾਜ ਗੱਦੀਆਂ ਤੇ ਬਹਿ ਕੇ ਉਹ ਸੁੱਖ ਨਹੀਂ ਜਿਹੜਾ ਗੁਰੂ ਦੀ ਸਿੱਖੀ ਤੇ ਸੇਵਾ ਵਿੱਚ ਸੁੱਖ ਹੈ। ਉਹ ਰਾਜ ਗੱਦੀਆਂ ਤੇ ਬਹਿ ਕੇ ਸੁੱਖ ਨਹੀਂ ਮਿਲਦਾ। ਭਾਈ ਮਤੀ ਦਾਸ ਸਾਹਿਬ ਨੇ ਪੜ੍ਹ ਕੇ ਸੁਣਾਇਆ। ਫਿਰ ਕਹਿੰਦੇ, ਹਮਰਾ ਧਨ ਮਾਧੋ ਗੋਵਿੰਦ ਧਰਣੀ ਧਰ, ਇਹ ਸਾਰ ਧਨ ਕਹੀਏ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਸਾਧ ਸੰਗਤ, ਇਤਿਹਾਸ ਤੁਸੀਂ ਸਾਕਾ ਮੇਰੇ ਪਿਆਰੇ ਵੀਰ ਗਿਆਨੀ ਬਲਵੀਰ ਸਿੰਘ ਦੀ ਭਾਰ ਸਾਹਿਬ ਉਹ ਢਾਡੀਆਂ ਪਾਸੋਂ ਸੁਣਨਾ। ਦਿੱਲੀ ਦਾ ਚਾਨਣੀ ਚੌਂਕ ਜਿਹੜਾ ਨਾ, ਲਾਲ ਕਿਲੇ ਦੇ ਬਿਲਕੁਲ ਸਾਹਮਣੇ ਹੈ। ਜਿਹਨੇ ਨਹੀਂ ਸੀ ਵੇਖਿਆ ਲਾਲ ਕਿਲਾ, ਉਹ ਵੀ ਪਿੱਛੇ ਜਾ ਵੇਖ ਲਿਆ ਤੁਸੀਂ। ਉਹ ਚੌਂਕ ਵਿੱਚ ਸਰਕਾਰੀ ਖਰਚੇ ਤੇ ਤੇਲ ਪਾ ਕੇ ਦੀਵੇ ਜਗਦੇ ਸੀ। ਸਾਰਾ ਹੀ ਚੌਂਕ ਜਿਹੜਾ ਸੀ ਚਾਨਣ ਨਾਲ ਭਰ ਜਾਂਦਾ ਸੀ।
ਲਾਲ ਕਿਲੇ ਚੋਂ ਰਾਜਿਆਂ ਦੀਆਂ ਰਾਣੀਆਂ, ਪਟਰਾਣੀਆਂ, ਰਾਜਕੁਮਾਰ, ਰਾਜਕੁਮਾਰੀਆਂ, ਰਾਜਿਆਂ ਦਾ ਪਰਿਵਾਰ ਚੌਂਕ 'ਚ ਬਹਿੰਦਾ ਸੀ। ਦੁਨੀਆ ਵੇਖਣ ਨੂੰ ਤਰਸਦੀ ਸੀ, ਦੁਨੀਆ ਵੇਖਣ ਆਉਂਦੀ ਸੀ ਬਈ ਕੋਈ ਚਾਨਣ ਨਾਲ ਭਰਿਆ ਚੌਂਕ ਹੈ, ਚਾਨਣੀ ਚੌਂਕ। ਉਹਦਾ ਨਾਮ ਰੱਖਿਆ ਸੀ ਚਾਨਣੀ ਚੌਂਕ। ਪਰ ਉਹ ਦੀਵਿਆਂ ਦਾ ਤੇਲ ਕੁਝ ਘੰਟਿਆਂ ਬਾਅਦ ਸੜ ਜਾਂਦਾ ਸੀ। ਉਹ ਦੀਵੇ ਕੁਝ ਘੰਟਿਆਂ ਬਾਅਦ, ਤੇਲ ਮੁੱਕਣ ਤੋਂ ਬਾਅਦ ਬੱਤੀਆਂ ਸੜ ਗਈਆਂ, ਦੀਵੇ ਬੁੱਝ ਜਾਂਦੇ ਸੀ। ਚਾਂਦਨੀ ਚੌਂਕ ਫਿਰ ਹਨੇਰੇ ਨਾਲ ਭਰ ਜਾਂਦਾ ਸੀ। ਪਰ ਇੱਕ ਵਕਤ ਆਇਆ ਜਿੱਦਣ 1675 ਈਸਵੀ ਨੂੰ ਉਸ ਚੌਂਕ ਵਿੱਚ ਚੌਹਾਂ ਖੁੰਝਿਆਂ ਵਿੱਚ 4 ਸ਼ਹਾਦਤਾਂ ਹੋਈਆਂ। ਸ਼ਹਾਦਤ ਦੇ ਐਸੇ ਦੀਵੇ ਉਸ ਚੌਂਕ ਵਿੱਚ ਜਗੇ। ਸਾਧ ਸੰਗਤ, ਅੱਜ ਉਹ ਦੀਵਿਆਂ ਦੀ ਚਾਨਣੀ ਕਰਕੇ ਚਾਨਣੀ ਚੌਂਕ ਨਹੀਂ, ਅੱਜ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਰਕੇ ਚਾਨਣੀ ਚੌਂਕ ਹੈ। ਇੱਕ ਵਿਦਵਾਨ ਲਿਖਦਾ ਹੈ, ਕਹਿੰਦਾ ਅੱਜ ਵੀ ਦਿੱਲੀ ਦੇ ਚਾਨਣੀ ਚੌਂਕ ਅੰਦਰ, ਅੱਜ ਵੀ ਦਿੱਲੀ ਦੇ ਚਾਨਣੀ ਚੌਂਕ ਅੰਦਰ ਲੋਕੀ ਰੋਜ਼ ਉਹਦੀਆਂ ਗੱਲਾਂ ਵਿੱਚ ਰੁੱਝ ਜਾਂਦੇ। ਜਦੋਂ ਤੇਗ ਬਹਾਦਰ ਦਾ ਨਾਮ ਆਉਂਦਾ, ਦੀਵੇ ਚਾਨਣੀ ਚੌਂਕ ਦੇ ਬੁੱਝ ਜਾਂਦੇ। ਹੁਣ ਉਹ ਚਾਨਣੀ ਚੌਂਕ ਦੀਵਿਆਂ ਦੀ ਚਾਨਣੀ ਕਰਕੇ ਨਹੀਂ, ਹੁਣ ਉਹ ਚਾਨਣੀ ਚੌਂਕ ਗੁਰੂ ਤੇਗ ਬਹਾਦਰ ਸਾਹਿਬ ਤੇ ਪਾਤਸ਼ਾਹ ਦੇ 3 ਸਿੱਖਾਂ ਦੀ ਸ਼ਹਾਦਤ ਕਰਕੇ ਹੈ। ਸਾਧ ਸੰਗਤ, ਤੁਸੀਂ ਉਸ ਧਰਤੀ ਤੇ ਨਤਮਸਤਕ ਹੁੰਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੱਥੇ ਸਿਮਰੀਏ ਉਹ ਸਹਾਈ ਹੁੰਦੇ ਨੇ। ਕੋਈ ਕਲਾਕਾਰ ਹੈ ਉਹਦੀ ਵਡਿਆਈ ਹੋਏਗੀ, ਕੋਈ ਸ਼ਾਹੂਕਾਰ ਹੈ ਉਹਦੀ ਵਡਿਆਈ ਹੋਏਗੀ, ਕੋਈ ਦੁਨੀਆ ਵਿੱਚ ਰਾਜਾ ਹੈ ਉਹਦੀ ਵੀ ਵਡਿਆਈ ਹੁੰਦੀ ਹੈ। ਪਰ ਸਾਧ ਸੰਗਤ, ਉਹ ਵਡਿਆਈ ਬਹੁਤੇ ਦਿਨਾਂ ਦੀ ਨਹੀਂ। ਉਹ ਵਡਿਆਈ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ 4 ਦਿਨਾਂ ਦੀ ਹੁੰਦੀ ਹੈ। ਭਾਵ ਕੁਝ ਸਾਲ ਵਡਿਆਈ ਹੁੰਦੀ ਹੈ। ਕਈ ਵਾਰ ਸਰੀਰ ਵਿੱਚ ਉਹ ਬੰਦੇ ਜਿਉਂਦੇ ਹੁੰਦੇ ਨੇ, ਉਹਨਾਂ ਦੀ ਵਡਿਆਈ ਮੁੱਕ ਜਾਂਦੀ ਹੈ। ਬਹੁਤੀ ਵਾਰ ਉਹ ਸਰੀਰ ਕਰਕੇ ਮਰ ਜਾਂਦੇ ਨੇ ਔਰ ਮਰਨ ਤੋਂ ਬਾਅਦ ਉਹਨਾਂ ਦੀ ਵਡਿਆਈ ਮੁੱਕ ਜਾਂਦੀ ਹੈ। ਦੁਨੀਆ 'ਚ ਇਹੋ ਜਿਹੇ ਕਲਾਕਾਰ ਤੁਸੀਂ ਵੇਖੇ ਹੋਣਗੇ ਜਿਹੜੇ ਸਰੀਰ ਵਿੱਚ ਜਿਉਂਦੇ ਸੀ ਤਾਂ ਬਹੁਤ ਵਡਿਆਈ ਸੀ, ਮਰਨ ਤੋਂ ਬਾਅਦ ਥੋੜੇ ਸਾਲਾਂ ਵਿੱਚ ਦੁਨੀਆ ਉਹਨਾਂ ਨੂੰ ਭੁੱਲ ਗਈ। ਵੱਡੇ ਵੱਡੇ ਕਾਰੀਗਰ, ਵੱਡੇ ਵੱਡੇ ਸ਼ਾਹੂਕਾਰ ਇਸ ਧਰਤੀ ਤੇ ਪੈਦਾ ਹੋਏ ਜਿਨ੍ਹਾਂ ਰਾਜਿਆਂ ਦੀ ਵਡਿਆਈ ਸੀ ਸਰੀਰ ਵਿੱਚ ਰਹਿੰਦਿਆਂ, ਮਰਨ ਤੋਂ ਬਾਅਦ ਕੁਝ ਦਿਨਾਂ ਬਾਅਦ ਦੁਨੀਆ ਉਹਨਾਂ ਨੂੰ ਭੁੱਲ ਗਈ। ਪਰ ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਦੀ ਵਡਿਆਈ ਸਦੀਆਂ ਲੰਘ ਗਈਆਂ ਨੇ, ਸਦੀਆਂ ਲੰਘ ਜਾਣਗੀਆਂ। ਇਸ ਧਰਤੀ ਤੇ ਵਡਿਆਈ ਕਰਨ ਵਾਲੇ ਅਸੀਂ ਮੁੱਕ ਜਾਵਾਂਗੇ, ਪਰ ਵਡਿਆਈ ਨਹੀਂ ਕਦੇ ਮੁੱਕੇਗੀ। ਕਿਉਂ? ਜਿਹੜੀ ਚੀਜ਼ ਸੀਮਾ ਵਿੱਚ ਵੱਜੀ ਹੋਵੇ ਉਹਦੀ ਵਡਿਆਈ ਮੁੱਕ ਜਾਂਦੀ ਹੈ। ਜਿਹੜੀ ਚੀਜ਼ ਕਿਸੇ ਸੀਮਾ ਵਿੱਚ ਹੋਵੇ ਉਹਦੀ ਅੱਖਰਾਂ ਵਿੱਚ ਵਿਆਖਿਆ ਹੁੰਦੀ ਹੈ ਔਰ ਉਹ ਵਿਆਖਿਆ, ਉਹ ਵਡਿਆਈ ਇੱਕ ਦਿਨ ਮੁੱਕ ਜਾਂਦੀ ਹੈ। ਸਪੋਜ਼ ਆਪਾਂ ਕਿਸੇ ਸ਼ਹਿਰ ਦੀ ਵਡਿਆਈ ਕਰੀਏ, ਸ਼ਹਿਰ ਸੀਮਾ ਵਿੱਚ ਵੱਜਿਆ ਹੁੰਦਾ ਹੈ। ਉਸ ਸ਼ਹਿਰ ਵਿੱਚ ਕਿੰਨੇ ਹਸਪੀਟਲ ਨੇ, ਕਿੰਨੇ ਸਕੂਲ ਕਾਲਜ ਨੇ, ਕਿੰਨੇ ਲੋਕਾਂ ਦੀ ਵਸੋਂ ਹੈ, ਕਿਸ ਹੱਦ ਤੱਕ ਉਹਦੀ ਹੱਦ ਹੈ। ਜਦੋਂ ਉਹ ਜ਼ਿਲ੍ਹਾ, ਡਿਸਟ੍ਰਿਕਟ, ਸ਼ਹਿਰ ਮੁੱਕਦਾ ਹੈ, ਉੱਥੇ ਲਿਖਿਆ ਹੁੰਦਾ ਹੈ ਵੀ ਇੱਥੇ ਫਲਾਨੀ ਸਟੇਟ ਦੀ ਹੱਦ ਖਤਮ ਹੈ। ਥੋੜੀ ਦੂਰ ਜਾਓਗੇ ਹਰਿਆਣੇ ਦੀ ਹੱਦ ਮੁੱਕ ਜਾਏਗੀ, ਪੰਜਾਬ ਦੀ ਸ਼ੁਰੂ ਹੋ ਜਾਏਗੀ। ਅੱਗੇ ਜਾਓਗੇ ਪੰਜਾਬ ਤੋਂ ਹਿਮਾਚਲ ਸ਼ੁਰੂ ਹੋ ਜਾਏਗਾ, ਚੜ੍ਹਦੇ ਵੱਲ ਜਾਓਗੇ ਪੰਜਾਬ ਤੋਂ ਯੂਪੀ ਸ਼ੁਰੂ ਹੋ ਜਾਏਗਾ। ਸਟੇਟਾਂ ਦੀ ਹੱਦ ਮੁੱਕ ਜਾਂਦੀ ਹੈ, ਦੇਸ਼ਾਂ ਦੀ ਹੱਦ ਮੁੱਕ ਜਾਂਦੀ ਹੈ, ਰਾਜਿਆਂ ਦੇ ਰਾਜ ਦੀ ਹੱਦ ਮੁੱਕ ਜਾਂਦੀ ਹੈ। ਜਿਹੜੀ ਚੀਜ਼ ਕਿਸੇ ਸੀਮਾ ਵਿੱਚ ਹੋਵੇ ਉਹਦੀ ਵਡਿਆਈ ਵੀ ਮੁੱਕ ਜਾਂਦੀ। ਗੁਰੂ ਦੀ ਕੋਈ ਸੀਮਾ ਨਹੀਂ ਹੈ। ਨਦੀਆਂ ਦਰਿਆਵਾਂ ਦੀ ਕੋਈ ਸੀਮਾ ਹੋ ਸਕਦੀ ਹੈ, ਤਾਈਓ ਲੋਕ ਨਦੀਆਂ ਦੇ ਪਾਣੀ ਦਾ ਨਾਮ ਰੱਖ ਦਿੰਦੇ ਨੇ, ਇਹ ਗੰਗਾ ਹੈ, ਇਹ ਜਮਨਾ, ਇਹ ਸਰਸਵਤੀ, ਇਹ ਗੋਦਾਵਰੀ। ਪਰ ਸਾਧ ਸੰਗਤ, ਜਦੋਂ ਨਦੀਆਂ ਦਾ ਪਾਣੀ ਸਾਗਰ ਵਿੱਚ ਜਾ ਕੇ ਮਿਲਦਾ ਹੈ, ਉਹਦੀ ਵਡਿਆਈ ਫਿਰ ਕਿਸੇ ਨਦੀ ਦੇ ਨਾਮ ਪਾਣੀ ਕਰਕੇ ਨਹੀਂ, ਉਹਨੂੰ ਲੋਕ ਸਾਗਰ, ਸਮੁੰਦਰ ਕਹਿੰਦੇ ਨੇ। ਕਿਉਂ? ਸਮੁੰਦਰ ਵਿਸ਼ਾਲ ਹੋ ਜਾਂਦਾ ਹੈ। 3-3, 4-4 ਮਹੀਨੇ ਦਿਨ ਰਾਤ ਸਮੁੰਦਰਾਂ ਵਿੱਚ ਸ਼ਿਪ ਚੱਲਦੇ ਨੇ, ਸਮੁੰਦਰ ਮੁੱਕਦਾ ਨਹੀਂ ਹੈ। ਪਾਤਸ਼ਾਹ ਨੇ ਕਿਹਾ ਇਸ ਤਰ੍ਹਾਂ ਧਰਤੀ ਉੱਤੇ ਰੱਬ ਦੇ ਨਾਮ ਦੀ
ਨਾਮ ਜਪਣ ਵਾਲਿਆਂ ਦੀ, ਅਕਾਲ ਪੁਰਖ ਰੱਬ ਪਰਮੇਸ਼ਰ ਦੀ ਔਰ ਗੁਰ ਪਰਮੇਸ਼ਰ ਦੀ ਚਾਉਂ ਦੀ ਵਡਿਆਈ ਇਸ ਧਰਤੀ ਤੇ ਸਦੀਵੀ ਰਹਿੰਦੀ ਹੈ। ਉਹ ਵਡਿਆਈ ਕਦੇ ਨਹੀਂ ਮੁੱਕਦੀ। ਇਹਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਧਰਤੀ ਤੇ ਗੁਰੂ ਔਰ ਗੁਰੂ ਪਰਮੇਸ਼ਰ ਦੀ ਨਾਮ ਤੇ ਨਾਮ ਜਪਣ ਵਾਲਿਆਂ ਦੀ ਵਡਿਆਈ ਹੈ। ਅਦਰਵਾਈਜ਼ ਬਾਕੀਆਂ ਦੀ ਸੋਭਾ ਮੁੱਕ ਜਾਂਦੀ ਹੈ। ਕਈਆਂ ਦੀ ਸਰੀਰ ਵਿੱਚ ਰਹਿੰਦਿਆਂ ਸੋਭਾ ਖਤਮ ਹੋ ਜਾਂਦੀ, ਕੁਝ ਬੰਦੇ ਸਰੀਰ ਕਰਕੇ ਮਰਨ ਤੋਂ ਬਾਅਦ ਵਡਿਆਈ ਮੁੱਕ ਜਾਂਦੀ। ਪਰ ਜਿਨ੍ਹਾਂ ਦੀ ਵਡਿਆਈ ਸੋਭਾ ਸਦਾ ਰਹਿੰਦੀ ਹੈ, ਉਹਨੂੰ ਪਾਤਸ਼ਾਹ ਨੇ ਕਿਹਾ ਨਾਮ ਦੀ ਵਡਿਆਈ ਰਹੇਗੀ ਜਾਂ ਨਾਮੀ ਦੀ ਵਡਿਆਈ ਰਹੇਗੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿੱਖਾਂ ਸਵਾਲ ਕੀਤਾ, ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਰਹਿੰਦੇ ਹੋ ਸੱਚ ਦੀ ਵਡਿਆਈ ਹੈ, ਨਾਮ ਦੀ ਵਡਿਆਈ ਹੈ, ਨਾਮ ਦੀ ਸੋਭਾ ਹੈ। ਮਹਾਰਾਜ ਇੱਥੇ ਅਮੀਰਾਂ ਦੀ ਬੜੀ ਸੋਭਾ ਹੁੰਦੀ ਹੈ, ਤਪੇ ਦੀ ਵੇਖੋ ਕਿੰਨੀ ਸੋਭਾ ਹੋ ਰਹੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਹੱਸ ਪਏ, ਕਹਿੰਦੇ ਭਾਈ ਸਿੱਖੋ ਤੁਹਾਨੂੰ ਕਿਹਨੇ ਕਿਹਾ ਕਿ ਇਸ ਧਰਤੀ ਤੇ ਮਾਇਆ ਧਾਰੀ ਦੀ ਸੋਭਾ ਨਹੀਂ ਹੁੰਦੀ, ਮਾਇਆ ਦੀ ਸੋਭਾ ਹੁੰਦੀ ਹੈ ਭਾਈ, ਮਾਇਆ ਧਾਰੀਆਂ ਦੀ ਵਡਿਆਈ ਹੁੰਦੀ ਹੈ, ਪਰ ਉਹ ਬਹੁਤੀ ਦੇਰ ਨਹੀਂ ਰਹਿੰਦੀ। 4 ਦਿਨਾਂ ਦੀ ਸੋਭਾ ਹੈ, ਸਰੀਰ ਵਿੱਚ ਰਹਿੰਦੇ ਕਈ ਵਾਰ ਮੁੱਕ ਜਾਂਦੀ ਹੈ। ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ, ਇਸ ਜੁਗ ਮੈਂ ਸੋਭਾ ਨਾਮ ਕੀ, ਪੜੋ, ਇਸ ਜੁਗ ਮੈਂ ਸੋਭਾ ਨਾਮ ਕੀ, ਬਿਨ ਨਾਵੇ ਸੋਭ ਨਾ ਹੋਏ। ਭਾਈ ਨਾਮ ਤੋਂ ਬਗੈਰ ਨਹੀਂ ਸੋਭਾ ਸਦਾ ਰਹਿੰਦੀ। ਮਹਾਰਾਜ ਜਿਹੜੀ ਮਾਇਆ ਦੀ ਸੋਭਾ, ਰਾਜਿਆਂ ਦੀ ਵਡਿਆਈ, ਤਾਂ ਫਿਰ ਹਜ਼ੂਰ ਨੇ ਬਚਨ ਕਹੇ, ਕਹਿੰਦੇ ਮਾਇਆ ਕੀ ਸੋਭਾ 4 ਦਿਹਾੜੇ, ਜਾਂਦੀ ਬਿਲਮ ਨਾ ਹੋਏ। ਭਾਈ ਇਹ ਮਾਇਆ ਧਾਰੀਆਂ ਦੀ 4 ਦਿਨ ਦੀ ਸੋਭਾ ਹੈ, ਜਾਣ ਲੱਗਿਆਂ ਪਤਾ ਨਹੀਂ ਲੱਗਦੀ ਕਿੱਧਰ ਉੱਡ ਜਾਂਦੀ। ਕਈ ਵਾਰ ਸਰੀਰ ਵਿੱਚ ਰਹਿੰਦਿਆਂ ਵਡਿਆਈ ਮੁੱਕ ਜਾਂਦੀ ਹੈ। ਮੈਂ ਬਹੁਤ ਵਾਰ ਤੁਹਾਡੇ ਚਰਨਾਂ 'ਚ ਬੇਨਤੀ ਰੱਖੀ, ਉਹ ਬੰਦੇ ਜਿਉਂਦੇ ਨੇ, ਹੁਣ ਤੁਹਾਡਾ ਤਜਰਬਾ ਹੋਏਗਾ ਇਸ ਗੱਲ ਦਾ। ਜਿਨ੍ਹਾਂ ਬੰਦਿਆਂ ਨੂੰ ਵਡਿਆਈ ਮਿਲੀ ਕਿ ਇਹ ਬੰਦਾ ਮਿਨਿਸਟਰ ਹੈ ਔਰ ਵੀ ਵਾਈ ਪਿੰਡਾਂ ਦੀਆਂ ਪੰਚਾਇਤਾਂ ਸਵੇਰੇ ਦਿਨ ਚੜ੍ਹਦੇ ਉਹਨਾਂ ਕੋਲ ਕੰਮ ਕਰਾਉਣ ਆਉਂਦੀਆਂ ਸੀ, ਸਾਧ ਸੰਗਤ ਉਹਨਾਂ ਦੀਆਂ ਕੋਠੀਆਂ ਵਿੱਚ 250-250 ਕੁਰਸੀ ਬੰਦਿਆਂ ਦੀ ਭਰ ਜਾਂਦੀ ਸੀ ਕੰਮ ਕਰਾਉਣ ਵਾਲਿਆਂ ਦੀ। ਅੱਜ ਉਹ ਬੰਦੇ ਸਰੀਰ ਵਿੱਚ ਜਿਉਂਦੇ ਨੇ, ਕੁਰਸੀਆਂ ਤੇ ਮਿੱਟੀ ਜੰਮ ਗਈ, ਇੱਕ ਵੀ ਬੰਦਾ ਕੰਮ ਕਰਾਉਣ ਨਹੀਂ ਜਾਂਦਾ। ਕਿਉਂ? ਸਰੀਰ ਵਿੱਚ ਜਿਉਂਦੇ ਨੇ, ਵਡਿਆਈ ਖਤਮ ਹੋ ਗਈ। ਕੁਝ ਸਾਲ ਪਹਿਲਾਂ ਵਡਿਆਈ ਸੀ, ਅੱਜ ਵਡਿਆਈ ਨਹੀਂ ਹੈ। ਰਾਜਿਆਂ ਦੀ ਸੋਭਾ ਮੁੱਕ ਜਾਂਦੀ ਹੈ, ਗੁਰੂ ਤੇ ਰੱਬ ਦੀ ਵਡਿਆਈ ਸਦਾ ਰਹਿੰਦੀ ਹੈ। ਸਾਧ ਸੰਗਤ ਔਰ ਅਗਲੀ ਗੱਲ ਸੁਣਿਓ, ਆਪਾਂ ਵਡਿਆਈ ਪੂਰੀ ਨਹੀਂ ਕਰ ਸਕਦੇ ਕਦੇ। ਕੋਈ ਕਹੇ ਜੀ ਇੰਨੇ 100 ਸਾਲ ਗੁਜ਼ਰ ਗਏ ਨੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ, ਤਕਰੀਬਨ 350 ਸਾਲ ਗੁਜ਼ਰ ਗਏ। ਆ ਜਿਹੜਾ ਹੁਣ 2025 ਆਉਣਾ ਹੈ, ਇਹਦੇ ਵਿੱਚ ਸਾਧ ਸੰਗਤ 350 ਸਾਲ ਹੋ ਜਾਣਗੇ ਗੁਰੂ ਤੇਗ ਬਹਾਦਰ ਮਹਾਰਾਜ। 350 ਸਾਲ ਸ਼ਹਾਦਤ ਦੇ ਗੁਜ਼ਰ ਗਏ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਵਡਿਆਈ ਕੋਈ ਮੁਕੰਮਲ ਨਹੀਂ ਕਰ ਸਕਿਆ, ਪੂਰੀ ਨਹੀਂ ਕਰ ਸਕਿਆ। ਕਿਉਂ? ਉਹ ਵਡਿਆਈ ਕਦੇ ਪੂਰੀ ਹੋ ਨਹੀਂ ਸਕਦੀ। ਫਿਰ ਸਾਧ ਸੰਗਤ ਸਵਾਲ ਪੈਦਾ ਹੁੰਦਾ ਹੈ, ਜੇ ਵਡਿਆਈ ਪੂਰੀ ਹੋ ਨਹੀਂ ਸਕਦੀ ਫਿਰ ਕਰ ਕਿਉਂ ਰਹੇ ਆ? ਆਪਾਂ ਨੂੰ ਫਾਇਦਾ ਪਤਾ ਕੀ ਹੈ? ਆਕਾਸ਼ ਵਿੱਚ ਪੰਛੀ ਉਡਾਰੀਆਂ ਮਾਰ ਕੇ ਆਕਾਸ਼ ਦਾ ਆਨੰਦ ਲੈ ਸਕਦਾ ਉਡਣ ਦਾ, ਪਰ ਕੋਈ ਪੰਛੀ ਅਸਮਾਨ ਦਾ ਅੰਤ ਨਹੀਂ ਪਾ ਸਕਦਾ। ਆਕਾਸ਼ ਕਿੱਥੋਂ ਤੱਕ ਉੱਚਾ ਹੈ, ਉਹ ਖੁੱਲੇ ਆਸਮਾਨ ਵਿੱਚ ਉਡਣ ਦਾ ਆਨੰਦ ਮਾਣ ਸਕਦਾ ਹੈ। ਅਸਮਾਨ ਦਾ ਅੰਤ ਪਾਉਣਾ ਪੰਛੀ ਦੇ ਵੱਸ ਦੀ ਗੱਲ ਨਹੀਂ ਹੈ। ਕਿਸੇ ਸਾਗਰ ਸਮੁੰਦਰ ਵਿੱਚ ਮੱਛੀ ਤੈਰ ਕੇ ਆਨੰਦ ਮਾਣ ਸਕਦੀ ਹੈ, ਪਰ ਸਮੁੰਦਰ ਦੀ ਤਹਿ ਤੱਕ ਦਾ ਅੰਤ ਪਾਉਣਾ ਮੱਛੀ ਦੇ ਵੱਸ ਦੀ ਗੱਲ ਨਹੀਂ। ਇਦਾਂ ਗੁਰੂ ਦੀ ਵਡਿਆਈ ਕਰਕੇ ਆਪਾਂ ਜਨਮ ਸਫਲ ਕਰ ਸਕਦੇ ਹਾਂ, ਪਰ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਕਿਸੇ ਮੰਤਰ ਨਾਲ ਵੀ ਗੁਰੂ ਦੇ ਵਡਿਆਈ ਦਾ ਸੋਭਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਲਈ ਗੁਰੂ ਲਈ ਕਹਿਣਾ ਪੈਂਦਾ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ।
जह जह देखा तह तह तू ही, तुझ ते निकसी फूट मरा। हाँ वाहिगुरू, मच्छी पानी का अंत नहीं पा सकती, पर मच्छी पानी तो बाहर आ जाए तो मर जाती है। इदां सिख गुरु की वडियाई का अंत नहीं पा सकता। वडियाई करनी छड्ड दे तो वह जन्म करके आत्मक तौर पर मौत हो जाएगी। इसलिए आपां गुरु की वडियाई करनी है। सतगुरु गुरु तेग बहादुर महाराज जी के एक श्लोक तो मैं अगे तुरना है, ध्यान नाल सुनियो। एक बार मेरा मन करता है तुसीं श्री गुरु तेग बहादुर महाराज जी के चरणों का ध्यान धरो। जिस गुरु नूं सिमरिया घर विच 9 निधां आ जांदियां ने, जिस गुरु नूं सिमरिया साध संगत जिथे याद करो गुरु तेग बहादुर महाराज सहाई हुंदे ने। कल्ला बाहरला मक्खण शाह लवाने का डुबदा बेड़ा पार नहीं लाउंदे। ओ सिक्खा तू चित जोड़ के गुरु तेग बहादुर साहब नूं सिमर के वेख, तेरे ये जन्मां जन्मां दा डुबिया बेड़ा भी गुरु पार लंघा देगा। तू जन्मां जन्मांतरां तो विकारां विच गोते खा रहे हैं। जा धन गुरु तेग बहादुर साहब नूं सिमर, तैनूं गुरु तेग बहादुर साहब हर थां ते सहायता देणगे। ये श्री गुरु गोबिंद सिंह महाराज जी ने अरदास विच लिखिआ, और आप एक बार ध्यान धर के कहिए। तेग बहादुर सिमरे, तेग बहादुर सिमरे, तेग बहादुर गज के तेग कर 9 निदिया वे ताए। तेग बहादुर सिमरे, तेग बहादुर सिमरे, कर 9 निदिया वे तेग गुरु तेग बहादुर सब थाई होए सहाय। तेग बहादुर सिमरे, तेग बहादुर सिमरे, सब थाई होए गुरु तेग वाह तेग सारे जपियो। धन गुरु तेग बहादुर साहिब, धन गुरु तेग बहादुर साहिब, धन गुरु सिमरो सिमरो। धन गुरु, धन गुरु तेग बहादुर साहिब, धन गुरु तेग बहादुर साहिब, धन गुरु तेग बहादुर। वाह वाह। धन गुरु तेग बहादुर साहिब, धन गुरु तेग बहादुर साहिब, धन गुरु, धन गुरु, धन गुरु तेग बहादुर साहिब, धन गुरु तेग बहादुर साहिब, धन गुरु तेग सब थाई होए सहाय। तेग बहादुर सिमरे, तेग बहादुर सिमरे, सब थाई तेग बहादुर। आखो सतनाम श्री, फिर आखो जी सतनाम श्री, फिर आखो जी सतनाम श्री। श्री गुरु तेग बहादुर महाराज जी का एक श्लोक मैं तुहाडे नाल होर साझा करा। पातशाह ने बचन कहे, पहला बचपन की उम्र शुरू हुंदी है, फिर जवानी शुरू हुंदी। जदों बंदा बचपन विच है, आपां सारे इन्हां उमरां चों लंघे हैं, तुहाडा ध्यान होएगा।
जिन्नी देर बचपन की 12-14 साल तक की बालपन उम्र बतीत करदा है, बालपन बचपन विच बंदा जवानी दे सुपने लैंदा है। बचपन विच बंदा कहेगा, जदों वो बच्चे की निहाई बालपन विच है, वो कहेगा वड्डा होके मैं भी आ मोटरसाइकिल लेना है, वड्डा होके मैं भी आ कार लेनी है, वड्डा होके मैं भी इदां दा घर बनाउणा है। वो बचपन विच बालपन विच जवानी दे सुपने वेखदा है। और जदों जोवन जवानी विच आउंदा है तां साध संगत ओदा ध्यान बुढ़ेपे वल जांदा है कि बस मैं थोड़े जे काम नवेड़ना, फिर बिले होकर कोठी बना लेनी है, फिर वो बह के नाम जपांगे, बस थोड़े जे कार निबण आ भी जमीन ले लेनी है, इदां दा घर बनाउणा है। साध संगत ओदी जवानी घर बारे सोचदियां बनाउंदियां बच्चे पालदियां विआहुंदियां लंघ जांदी है। पर जदों बंदा 50 साल तो टप के बुढ़ेपे च प्रवेश करदा है, माफ करियो बुढ़ेपे तो अगे सोचना बंद कर दिंदा, फिर पिछे नूं सोचना शुरू करदा है। बचपन विच हुंदा है अगे जवानी वाल सोचदा है, जवानी विच हुंदा है बुढ़ेपे बारे सोचदा है, मैं बुढ़ेपे बारे कुछ बुढ़ेपे ले रख ला भाई। वो जदों बच्चियां नूं जमीन वंडदा है पहलां अपने नाम रखदा है, बुढ़े वेले काम आएगी जी। 4 पैसे अपने नाम ते FDR रखदा है, मेरे बुढ़ेपे विच काम आउणगे। जिहड़ी चीज पुत्तां धीआं नूं वंडदा बनाउंदा उन्हां वास्ते है, फिर भी बुढ़ेपे ले सामभदा है। पर जदों बुढ़ेपन बुढ़ेपे विच प्रवेश करदा है, बुढ़ेपे तो अगे सोचना बंद कर दिंदा है, फिर वो पिछे वल सोचदा है जदों असीं बचपन विच हुंदे सी, जदों आपां जवानी च हुंदे सी आ कीता है, जदों मैं जवान हुंदा सी मैं आ काम कीता है। साध संगत वो फिर पिछे दीआं कहानियां पाउंदा है, बुढ़ेपे तो अगे नहीं सोचदा। श्री गुरु तेग बहादुर महाराज जी ने श्लोक कहा है, कहने भाई बचपन सी जवानी दी आस सी कि जवानी आनी है, जोबन जवानी वैसी तेनू आस है, अजे किहड़ा बुढ़े हो गए हैं, अजे बुढ़ेपे विच आउणे। अच्छा माफ करियो, बहुते बंदे ने जे उन्होंने कहो ना भी हुण गुरुद्वारे आया करो, अमृत छक लो, छड्डो पर, वो कहते हजे किहड़ा बुढ़े हो गए। बंदा बुढ़ेपा पता किहनूं समझदा है, जिदन ਉਹਦੇ ਗੋਡੇ ਰਹਿ ਜਾਣ, ਅੱਖਾਂ ਰਹਿ ਜਾਣ, ਲੈਂਜ ਪੈ ਜਾਣ, ਜਿਦਨ ਸ਼ੂਗਰ ਤੇ 2-3 ਬਿਮਾਰੀਆਂ ਹੋ ਜਾਣ, ਫਿਰ ਕਹਿੰਦਾ ਮੈਂ ਬੁੱਢਾ ਹੋ ਗਿਆ। ਅਦਰਵਾਈਜ਼ ਇਹ ਚਿੱਟਿਆਂ ਨੂੰ ਕਾਲੇ ਕਰਕੇ ਵੀ ਬੁਢੇਪਾ ਛਪਾਉਂਦਾ ਰਹਿੰਦਾ, ਅਜੇ ਕਿਹੜਾ ਬੁੱਢੇ ਹੋ ਗਏ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਿਓ, ਪਾਤਸ਼ਾਹ ਕਹਿੰਦੇ 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੇ, 40 ਪੁਰ ਹੋਏ। 40 ਸਾਲ ਤੱਕ ਬੰਦੇ ਦੀ ਉਮਰ ਪੂਰੀ ਹੈ। 85 पग खिसै, जदों 50 साल का हुंदा पैर खिसकन लग पैंदे ने, यह निशानी है जेड़ा जवानी विच कदे पैर डगमगाउंदा नहीं, कदे फिसलदा नहीं, कदे ठोकर नहीं खांदा, 50 साल की उम्र किते ना किते ठोकर वजन लग पैंदी। 50 साल की उम्र विच उच्चा नीवां पैर रखण लग पैंदा, पर बंदा फिर भी बुढ़ेपा समझदा नहीं। 85 पग खिसै 60 के बुढ़ेपा आवे। 60 साल की उम्र नूं गुरु ग्रंथ साहिब महाराज ने कहा बुढ़ेपा आ गया। 70 का मतहीन, 70 साल का हो जाए, ओदे पुत नोहां परिवार वाले कहन लग पैंदे ने बापू तू चुप कर, तैनूं नहीं पता। जिन्हें सब कुछ बनाया, सब कुछ बच्चों नूं पालिया, विआहिया, वड्डे कीता, घर बनाया, 70 साल की उम्र विच ये अपने सारिਆਂ नाल होना है जी। 70 साल की उम्र विच पुत नोहां वड्डे छोटे सब तुहानूं कहणगे बस बापू तू उन्हां विच बोलिया कर, तैनूं नहीं पता किहड़ी गल चलदी है। बीबी तू उन्हां विच बोल, हुण जमाना बदल गया, साडी गल नूं मन्नणगे नहीं बच्चे। क्यों? 70 का मतहीन 80 का व्यवहार ना पावे। जदों उम्र 80 साल की हो जाती है, उदों पातशाह की बाणी ने कहा है, वो दुनिया के लोगों फिर तुहानूं रिश्ते कारोबार विच कोई नहीं लेके जाता। रिश्तेदारी च ब्याह शादी होवे, 80 सालों के बजुर्ग नूं कहणगे तू उत्थे की करना है बापू, उत्थे डीजे बहुत चलता होना, फिर तेरा दिल कंबण लग जाना, रहण दे तू उत्थे की करना है। 80 साल के बंदे नूं विहार विच नहीं कोई लेके जाता। 80 का व्यवहार ना पावे, 90 का से जसनी मूल न जाने अपवल, टंडोलम टुंडम डिठ में नानक जग धुएं का धवल हर। बस इत्थे कहानी मुक जाती है। पर एक बेनती होर समझो, जिहड़ा गुरु दे लड़ लग के नाम जपण लग पैंदा है, वो 70 साल का भी उन्होंने गुरु ग्रंथ साहिब महाराज की बाणी ने बुढ़ा नहीं कहा,
गुरमुख बुढ़े कदे नाही, जिन्हां अंतर सुरत ज्ञान, वो 70-80 साल की उम्र में भी सेवा कमाउंदे ने। बाबा अमरदास साहब 60 साल की उम्र च सेवा करन आए सी। 12 साल गागर ढोई, 72 साल की उम्र च गुरु बने गुरु अमरदास महाराज। 22 साल गुरता गद्दी ते रहे, 94 साल की उम्र तक गुरता गद्दी ते मौजूद रहे गुरु अमरदास महाराज। 98 साल की उम्र में बाबा बुढ़ा साहब नूं श्री दरबार साहब का गुरु अर्जन देव महाराज ने ग्रंथी नियुक्त किया। साध संगत 98 ईयर ओल्ड, 98 साल की उम्र में धन बाबा बुढ़ा साहब गुरु ग्रंथ साहब का प्रकाश करते हैं। पर साध संगत तां होने जे कोई उम्र रहिंदियां रब वल दे पासे तुर पे, जे कवे अजे किहड़ा बुढ़े हो गए, जिदन अखां दे लेंज पै जाण, गोडे रह जाण, शुगर हो जाए, फिर कवे हुण अमृत छक लईए, फिर नहीं वो गल बनेगी। शरीर विच रहिंदियां शरीर साध के तप करो। कदे निठ के बंदा साध संगत 2-4 दिन निठ के 2-4 घंटे कढ़ के बंदगी करके वेखे, ਤੁਹਾਨੂੰ नाम दे रस का पता लग जाएगा। साडी कहानी कुछ हो रहा सी, अज इत्थे कल उत्थे परसों उत्थे। तुसीं गृहस्थी बंदे जिन्हां दा कम पक्का है, अपने घर विच जगह ते टाइम पक्का कर सकते हो नाम जपण लई। अद्धा घंटा भी कोई घर विच नाम जपण दी जगह ते टाइम पक्का कर ले, ओनू नाम दी शक्ति का पता लग जाएगा। ओनू फिर पातशाह ने कहा गुरमुख बुढ़े कदे नाही, नाम ओनू बुढ़ा नहीं होण देगा। ये लोकां नू भुलेखा है कि शायद चंगी खुराक खाओ फिर नहीं बंदा बुढ़ा हुंदा। नाम इको ताकत है जिहड़ी तुहाडे शरीर की अवस्था तां 60-70-80 साल का शरीर बिरद बहाल चिट्टे होणगे, पर सज्जणों अंदरों तुहानूं गुरु अंदरों ते बाहरों अरोग रखदा है। जिहड़ा नाम जपदा ना उहदे अंदर चिंता रहिंदी, ना बाहर शरीर की चिंता रहिंदी। उहदे दोवां थावां दी जिम्मेवारी गुरु लैंदा है। दोमे थाव रखे गुर सूरे, गुरु सूरमा दोमे थां ते ओदी रखिया करदा। लोक सुखीए पर लोक सोहेले, नानक हर प्रभ आपे मिले। इनू महाराज ने कहा सोए जाग चिंता, सोए अचिंता जाग चिंता, जहां कहां प्रभ तू बरतंता। घर सुख वसिया बाहर सुख पाया, कहो नानक गुर मंत्र दृढ़ाया। हुण श्री गुरु तेग बहादुर महाराज की कहने बचपन सी चल जवानी की आस सी, जवानी आनी है अजे, जवानी सी ते बुढ़ेपे की आस सी, अजे किहड़ा बुढ़े हो गए। कहते बुढ़ेपे की आस विच काम करदा रहा, वो भलिया जिदन हुण बुढ़ा हो गया, हुण तैनू पिछे नू सोचण दी गल छड्ड, तूं अगे सोचना शुरू कर। क्यों? बचपन तो बाद जवानी आनी सी, जवानी तो बाद बुढ़ेपा आना सी, बुढ़ेपे तो बाद हुण कुछ नहीं होना, इक्को चीज आनी है। वो पता की ओनू पातशाह ने कहा काल आना है। बुढ़ेपे तो बाद मौत ही आनी है, होर नहीं कुछ भी होना। वो किसे दिन भी काल दरवाजा खड़का सकता है, किसे बहाने भी काल दरवाजा खड़का देगा। बुढ़ेपे तो बाद हुण जवानी वापस नहीं आनी, बुढ़ेपे तो बाद बचपन वापस नहीं आएगा। तू सोचदा जरूर है पर सज्जणा आना वापस नहीं, इक्को चीज आनी, बुढ़ेपे तो बाद एक दिन मौत आनी है। काल आउण तो पहला जे अकाल पुरख नूं जपण लग जाए फिर जन्म सफल हो जाएगा। एक बार आखो सतनाम श्री। बुढ़ेपे तो बाद मौत आनी है और काल आउण तो पहला काल पुरख नूं सिमर, जा तेरा जन्म सफल हो जाएगा। पातशाह ने सानू बावरे कह के प्यार नाल संबोधन करके क्या मना बावरे पागल मना, बुढ़ेपे तो बाद हुण की आउणा है, मौत ही आनी है। मौत आउण तो पहला पहला रब नूं जप ला, काल आउण तो पहला काल पुरख नूं जप। और हजूर ने फिर सीधे शब्दां विच कहा भी तैनूं समझ नहीं आउंदी, जिवें कोई बजुर्ग किसी बच्चे नूं समझाउंदा है ना, एक बार 2 बार 4 बार टीचर समझाउंदा है, 5वीं बार वो फिर कहंदा तैनूं समझ नहीं आ रही। इदां श्री गुरु तेग बहादुर महाराज सलोकां विच आके सानू कहंदे ओ बावरिया तैनूं समझ नहीं आ रही, हुण बुढ़ेपे तो बाद सिर्फ काल आउणा है, काल आउण तो पहला काल पुरख नूं सिमर। श्लोक पढ़िओ तुहानूं याद है। हजूर कहंदे विरद भयो सूझे नहीं, बुढ़ा हो गया समझ नहीं आ रही, हुण इस तो बाद मौत ही आनी एक दिन। अज आ जाए, कल आ जाए, 10 सालों आ जाए, 15 आ जाए, 20 आ जाए, इन्हें आ जाने। वो मौत आने तो पहला पहला जप ला सतनाम श्री।
पढ़ो। विरद भयो सूझे नहीं, काल पहुंचो आन। कहने मौत आ जानी है नेड़े। विरद भयो सूझे नहीं, काल पहुंचो आन। कहो नानक नरवाब रे, क्यों ना बजे भगवान। ओ पागल बंदिया क्यों नहीं हुण वाहिगुरू जपदा? शरीर बुढ़ा हो गया, किहड़े कलेसां च पिया, हुण जप लिया कर सतनाम श्री। कहो नानक नरवाब रे, क्यों ना बजे भगवान। हुण क्यों नहीं वाहिगुरू जपदा? साध संगत, पातशाह ने जीवन की असलीयत दसी, और जिन्होंने जीवन की असलीयत समझ पै गई, वो बंदियां ने अपना वक्त जाया नहीं गवाया। उन्हीं वैर विरोध काम क्रोध मोह विच उम्र नहीं बतीत की। बच्चे विआहे कार सवारे रब वल दे पासे तुर पे। साध संगत, वो परिवार कारोबार विच रहिंदे नाल नाल जपण लग पे सतनाम श्री वाहिगुरू। देखो एक बेनती समझो, तुहाडे पर्स विच 4 बैंकां दे वीजा कार्ड होण, एटीएम कार्ड होण ते अकाउंट विच पैसा ना होवे, कार्डां नूं की करोगे? धन दौलत जमीन जायदाद पदार्थ पुत्र धीआं सब कुछ है। जेड़ा धन रब दी दरगाह विच चलना, जे वो अकाउंट विच ना होवे, उत्थे कोई काम नहीं आएगा। उत्थे कोई चीज काम आउणी है, जपिया होया नाम। आ जिहड़ा संगत विच तुसीं बैठे हो ना, ये तुहाडा बैठना ते साडा सुनना बोलना व्यर्थ नहीं जाएगा। जे चित्त जोड़ के कोई सुन ले, चित्त जोड़ के कोई जप ले। पातशाह ने कहा जपिया होया नाम तेरा दरगाह विच कम आउणा है। जिथे कोई सहायता नहीं करेगा, उत्थे जपिया नाम कम आएगा। श्री गुरु तेग बहादुर महाराज जी दे एक सिख होए ने। मैं वो इतिहास की भी लड़ी जोड़नी है, क्योंकि मैं शहादत का प्रसंग कहना नहीं, वो ढाडियां का घर जो हुंदा है, जे असी प्रसंग सुना दईए मगर ढाडीयत है, क्योंकि उन्होंने वो शहादत का प्रसंग सुनाना हुंदा। पर मैं कल वाला प्रसंग जरूर जोड़ांगा नाल। श्री गुरु तेग बहादुर महाराज दे एक सिख होए ने। उन्हों का जन्म ससराम पिंड विच होया। ससराम बिहार प्रांत विच एक पिंड है, और लिखण वाले विद्वानां ने लिखिया है, ये हिंदुस्तान का एक राजा होया जिन्हों शेर शाह सूरी कहते हैं। उहदी जन्म भूमि है। अज भी दिल्ली तो जिहड़ा कश्मीर रोड जांदा है, ये रोड का नाम शेर शाह सूरी मार्ग है। उस ससराम में पातशाह ने एक सिख होया है, जिन्हों इतिहास में भाई फग्गू लिखे है, और ओदी विरध अवस्था करके ओदी सेवा करके सारे सिख ते पिंड दे लोग ओनू चाचा कह के बुलाते सन। इसलिए इतिहास में ओदा नाम पै गया चाचा फग्गू। चाचा फग्गू की करदा है, इलाके में पिंड पिंड घर घर जाके गुरु के नाम उत्ते गुरसिखां दे घरों कार सेवा कराउंदा। वो सेवा इकट्ठी करके माया ते पदार्थ हुंडी बना के जिथे गुरु का वासा होवे उत्थे घलदा। 8वें पातशाह तो ने सिक्खी धारण की हुई है। 9वें पातशाह के चरणों में वो गुरु की हुंडी गुरु घर की कार सेवा भेजदा है। ते साध संगत, एक दिन मन में आया, जिस गुरु की मैं सेवा करने किते गुरु तेग बहादुर महाराज नजर करन, मेरे घर में चरण पाउण। मन के अंदर भावना प्रेम जाग गया। उन्हें अपनी किरत कमाई विचों नवां घर जदों बना रहा सी ना, सिख तवारी कहती है, उन्हें मिस्त्रियों नूं कारीगरां नूं कहा गेट वड्डा बना दे उच्चा। उन्हें कहा क्यों चाचा फग्गू एडा वड्डा गेट क्यों? उन्हें कहा मेरे गुरु ने एक दिन मेरे घर में चरण पाने ने, जिदन मेरे गुरु ने चरण पाने उन्होंने वीही विच गली विच उतर के ना आना पे, घोड़े ते सवार मेरा सतगुरु गुरु तेग बहादुर महाराज सीधा मेरे वेड़े विच आके चरण पावे, सीधे मेरे वेड़े विच आके उतरन। साध संगत वड्डा गेट बन लग पिया। लंघदे वड़दे पिंड वाले वेखण लग पे, चाचा फग्गू गेट एडा वड्डा उच्चा क्यों बनाया? एडा वड्डा गेट उपरों बंद करके बनाया क्यों? तू तो गेट इन्ना वड्डा रखिया जिवें किसी राजियां दी हवेली होवे। ते साध संगत, चाचा फग्गू कहंदे राजियां दा राजा, शाहां दा शाह, पातशाहां दा पातशाह एक दिन मेरे घर आएगा, इसलिए मैं गेट उच्चा रखे। तो साध संगत तो दरवाजा बड़ा वड्डा उच्चा बना लिया।
ਕਿਸੇ ਨੇ ਪੁੱਛਿਆ ਚਾਚਾ ਫੱਗੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਦੋਂ ਆਉਣਾ ਹੈ? ਕਹਿਣਗੇ ਕੋਈ ਪਤਾ ਨਹੀਂ। ਕਹਿਣਗੇ ਕੋਈ ਸੁਨੇਹਾ ਘੱਲਿਆ, ਕੋਈ ਚਿੱਠੀ ਪੱਤਰ ਲਿਖਿਆ, ਕੋਈ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੇਨਤੀ ਪੱਤਰ ਘੱਲਿਆ ਹੋਇਆ ਹੈ? ਚਾਚੇ ਫੱਗੂ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਪੱਤਰ ਘੱਲਣ ਦੀ ਲੋੜ ਨਹੀਂ ਹੈ, ਚਿੱਠੀ ਤੇ ਸੁਨੇਹਾ ਦੇਣ ਦੀ ਲੋੜ ਨਹੀਂ ਹੈ। ਉਹ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ। ਕਿਸ ਅੱਗੇ ਕੀਚੇ ਅਰਦਾਸ, ਮੈਂ ਅੰਦਰੋਂ ਚਿਤਵੇ ਸਿਮਰਨੇ ਇੱਕ ਦਿਨ ਜ਼ਰੂਰ ਆਉਣਗੇ। ਬਿਨਾਂ ਸੁਨੇਹੇ ਤੋਂ ਚਿੱਤ ਵਿੱਚ ਕੋਈ ਗੁਰੂ ਨੂੰ ਸਿਮਰੇ, ਤੁਹਾਡਾ ਸਿਮਰਨ ਗੁਰੂ ਤੱਕ ਪਹੁੰਚ ਜਾਂਦਾ ਹੈ। ਔਰ ਯਾਦ ਰੱਖਿਓ ਗੁਰੂ ਤੁਹਾਡੇ ਤੱਕ ਪਹੁੰਚ ਜਾਏਗਾ। ਇਹਦੇ ਵਾਸਤੇ ਕੋਈ ਬੰਦੇ ਘੱਲਣ ਦੀ ਲੋੜ ਨਹੀਂ ਹੈ, ਗੁਰੂ ਨੂੰ ਕੋਈ ਸੁਨੇਹਾ ਦੇਣ ਦੀ ਲੋੜ ਨਹੀਂ, ਗੁਰੂ ਨੂੰ ਕੋਈ ਸੱਦਾ ਪੱਤਰ ਦੇਣ ਦੀ ਲੋੜ ਨਹੀਂ। ਸਿੱਖਾ ਭਾਵਨਾ ਨਾਲ ਅੰਦਰੋਂ ਗੁਰੂ ਨੂੰ ਨੇ ਕਰਕੇ ਯਾਦ ਕਰ, ਚੇਤੇ ਰੱਖੀ ਤੇਰਾ ਨੇ ਗੁਰੂ ਤੱਕ ਪਹੁੰਚੇਗਾ, ਗੁਰੂ ਦੀਆਂ ਬਖਸ਼ਿਸ਼ਾਂ ਤੇਰੇ ਤੱਕ ਪਹੁੰਚ ਜਾਣਗੀਆਂ। ਬਸ ਸ਼ਰਤ ਹੈ ਤੇਰੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ। ਇੱਕ ਪੰਕਤੀ ਮੈਂ ਤੁਹਾਨੂੰ ਰਹਿਰਾਸ ਦੇ ਪਾਠ ਵਿੱਚੋਂ ਸੁਣਾਵਾਂ, ਧਿਆਨ ਨਾਲ ਸੁਣਿਓ। ਇਹ ਅਜੇ ਵਿਗਿਆਨ ਦੇ ਪਕੜ ਵਿੱਚ ਨਹੀਂ ਆਈ, ਮੈਂ ਪਹਿਲਾਂ ਵੀ ਇੱਕ ਦਿਨ ਲਾਈਵ ਤੋਂ ਕਿਹਾ, ਜਿਹੜੀ ਚੀਜ਼ ਵਿਗਿਆਨ ਦੇ ਸਾਇੰਸ ਦੇ ਪਕੜ ਵਿੱਚ ਆਉਂਦੀ, ਸਾਇੰਸ ਉਹਦਾ ਨਾਮ ਰੱਖਦੀ ਹੈ। ਕਿਸੇ ਨੂੰ ਚੇਤੇ ਕਰੋ, ਉਹ ਮੋਹਰਿਓਂ ਤੁਹਾਨੂੰ ਫੋਨ ਕਰਦਾ, ਤੁਹਾਡੇ ਮਨ ਚ ਆਉਂਦਾ ਅੱਜੇ ਹੀ ਯਾਦ ਕੀਤਾ ਸੀ, ਤੈਨੂੰ ਕਿਵੇਂ ਪਤਾ ਲੱਗ ਗਿਆ? ਕਿਸੇ ਨੂੰ ਯਾਦ ਕਰੋ, ਮੋਹਰਿਓਂ ਮਿਲ ਪੈਂਦਾ। ਇਹਨੂੰ ਵਿਗਿਆਨ ਨੇ ਕਿਹਾ ਟੈਲੀਪੈਥੀ। ਜਿਹੜੀ ਸੁਰਤ ਨਾਲ ਕਿਸੇ ਨੂੰ ਯਾਦ ਕਰੋਗੇ ਉਹਦੇ ਤੱਕ ਸੁਨੇਹਾ ਪਹੁੰਚ ਜਾਂਦਾ ਹੈ। ਪਰ ਸਾਧ ਸੰਗਤ, ਇਹ ਤੋਂ ਵੀ ਅੱਗੇ ਗੁਰਮਤਿ ਦੀ ਇੱਕ ਕਹਾਣੀ ਹੈ ਜਿਹੜੀ ਸਾਇੰਸ ਦੇ ਪਕੜ ਵਿੱਚ ਨਹੀਂ ਆਈ, ਅਜੇ ਨਾਮ ਨਹੀਂ ਰੱਖਿਆ। ਉਹ ਪਤਾ ਕੀ ਹੈ? ਖਾਵੇ ਕੋਈ ਹੋਰ ਤੇ ਖਾਧਾ ਹੋਇਆ ਭੋਜਨ ਪਹੁੰਚ ਜਾ ਕਿਸੇ ਹੋਰ ਤੱਕ। ਇੰਨਾ ਗਹਿਰਾ ਸਿਮਰਨ ਹੋਣਾ ਚਾਹੀਦਾ ਹੈ। ਸਿੱਖਾ ਚਿੱਤ ਵਿੱਚ ਤੂੰ ਗੁਰੂ ਨੂੰ ਸਿਮਰੇ, ਤੇਰਾ ਸਿਮਰਨ ਗੁਰੂ ਤੱਕ ਪਹੁੰਚ ਜਾਂਦਾ ਹੈ ਔਰ ਗੁਰੂ ਦੀਆਂ ਬਖਸ਼ਿਸ਼ਾਂ ਤੇਰੇ ਤੱਕ ਪਹੁੰਚ ਜਾਣਗੀਆਂ। ਇਹ ਗੁਰੂ ਦੇ ਘਰ ਦੀ ਵਡਿਆਈ ਹੈ ਨਾਮ ਸਿਮਰਨ ਦੀ। ਪਾਤਸ਼ਾਹ ਨੇ ਉਦਾਹਰਨ ਦਿੱਤੀ, ਕਹਿੰਦੇ ਕੁੰਜਾਂ ਏਦਾਂ ਸਿਮਰਦੀਆਂ ਨੇ। ਕੂੰਜ ਸਮਝਦੇ ਹੋ? ਕੁੰਜਾਂ ਰੁੱਤ ਬਦਲਦੀ ਹੈ, ਇਲਾਕਾ ਬਦਲ ਲੈਂਦੀਆਂ ਨੇ, ਪਰ ਆਪਣੇ ਛੋਟੇ ਬੱਚਿਆਂ ਨੂੰ ਉੱਥੇ ਛੱਡ ਜਾਂਦੀਆਂ ਨੇ। ਕਿਉਂ? ਉਹ ਲੰਬੀ ਉਡਾਰੀ ਉੜ ਨਹੀਂ ਸਕਦੇ। ਫਿਰ ਉਹਨਾਂ ਬੱਚਿਆਂ ਨੂੰ ਕੌਣ ਖਿਲਾਉਂਦਾ? ਉਹ ਆਪ ਚੁਗਣ ਜੋਗੇ ਨਹੀਂ। ਕਹਿੰਦੇ ਨੇ ਕੁੰਜਾਂ ਸੈਂਕੜੇ ਮੀਲ ਦੂਰ ਬਹਿ ਕੇ ਭੋਜਨ ਚੁਗਦੀਆਂ ਨੇ। ਉਹ ਭੋਜਨ ਖਾਣ ਤੋਂ ਬਾਅਦ ਕੂੰਜ ਆਪਣੇ ਬੱਚਿਆਂ ਨੂੰ ਯਾਦ ਕਰਦੀ ਹੈ। ਸੱਜਣੋ, ਕੂੰਜ ਦਾ ਖਾਧਾ ਹੋਇਆ ਭੋਜਨ ਉਹਦੇ ਬੱਚਿਆਂ ਤੱਕ ਪਹੁੰਚ ਜਾਂਦਾ ਹੈ। ਏਦਾਂ ਸਿੱਖਾ ਚਿੱਤ ਕਰਕੇ ਗੁਰੂ ਨੂੰ ਯਾਦ ਕਰ, ਸੈਂਕੜੇ ਮੀਲ ਦੂਰ ਵੀ ਗੁਰੂ ਬੈਠਾ ਹੋਵੇ, ਗੁਰੂ ਦੀਆਂ ਬਖਸ਼ਿਸ਼ਾਂ ਤੇਰੇ ਤੱਕ ਪਹੁੰਚ ਜਾਣਗੀਆਂ। ਬਸ ਸ਼ਰਤ ਇੱਕ ਹੈ, ਕੂੰਜ ਦੀ ਤਰ੍ਹਾਂ ਸਿਮਰਨ ਗਹਿਰਾ ਹੋਵੇ ਤੇਰਾ। ਤੇਰਾ ਸਿਮਰਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਇਹਨੂੰ ਪਾਤਸ਼ਾਹ ਨੇ ਬਚਨ ਕਹੇ, ਊੜੇ ਉਡ ਆਵੇ ਸੈ ਕੋਸਾ। ਪੜੋ, ਊੜੇ ਉਡ ਆਵੇ ਸੈ, ਗੱਜ ਕੇ, ਊੜੇ ਉਡ ਆਵੇ ਸੈ ਕੋਸਾ। ਤਿਸ ਪਾਸ਼ੇ ਬਚਰੇ ਸ਼ਰਿਆ, ਤਿਨ ਕਵਣ ਖੁਲਾਵੇ ਕਵਣ ਚੁਕਾਵੇ, ਮਨ ਮੈਂ ਸਿਮਰਨ ਕਰਿਆ। ਏਦਾਂ ਭਾਈ ਮਨ ਵਿੱਚ ਸਿਮਰਨ ਕਰ, ਕੂੰਜ ਵਰਗਾ ਸਿਮਰਨ ਹੋਵੇ। ਇਤਿਹਾਸ ਕਹਿੰਦਾ ਸ਼ਾਇਦ ਭਾਈ ਕੱਟੂ ਮੰਗਦਾ ਤੇ ਛੇਵੇਂ ਪਾਤਸ਼ਾਹ ਕਹਿੰਦੇ ਨੇ ਭਾਈ ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ। ਸਿੱਖ ਨੇ ਕਿਹਾ ਮਹਾਰਾਜ ਤੁਸੀਂ ਕਦੋਂ ਮੰਗਿਆ? ਕਹਿਣਗੇ ਜੇ ਭਾਈ ਕੱਟੂ ਨੂੰ ਸ਼ਹਿਦ ਦੇ ਦਿੰਦਾ ਮੇਰੇ ਤੱਕ ਪਹੁੰਚ ਜਾਣਾ ਸੀ। ਤੂੰ ਭਾਈ ਕੱਟੂ ਨੂੰ ਸ਼ਹਿਦ ਨਹੀਂ ਖਵਾਇਆ, ਹੁਣ ਤੇਰਾ ਪ੍ਰਵਾਨ ਨਹੀਂ। ਇਹਦਾ ਮਤਲਬ ਖਾਵੇ ਭਾਈ ਕੱਟੂ ਤੇ ਪਹੁੰਚ ਜਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ। ਖਾਵੇ ਕੋਈ ਹੋਰ ਤੇ ਸਿਮਰਨ ਇੰਨਾ ਗਹਿਰਾ ਹੋਵੇ, ਭੋਜਨ ਪਹੁੰਚ ਜਾ ਕਿਸੇ ਹੋਰ ਤੱਕ। ਇਹ ਸਾਧ ਸੰਗਤ ਅਜੇ ਵਿਗਿਆਨ ਦੀ ਪਕੜ ਵਿੱਚ ਨਹੀਂ ਆਇਆ। ਭੋਜਨ ਕੋਈ ਹੋਰ ਖਾਵੇ ਤੇ ਭੁੱਖ ਕਿਸੇ ਹੋਰ ਦੀ ਮਿਟ ਜਾਏ। ਏਦਾਂ ਸਿੱਖਾ ਸਿਮਰਨ ਤੂੰ ਕਰ, ਗੁਰੂ ਪਹੁੰਚਦਾ। ਚਾਚੇ ਫੱਗੂ ਨੇ ਰੋਜ਼ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਮਰਨ ਸ਼ੁਰੂ ਕਰ ਦਿੱਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਡੀਕਦਾ। ਫਿਰ ਬਹੁਤੀ ਦੇਰ ਲੱਗੀ ਨਹੀਂ। ਇੱਕ ਦਿਨ ਵਕਤ ਆਇਆ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ 40-45 ਸਿੱਖਾਂ ਸਮੇਤ ਘੋੜੇ ਤੇ ਸਵਾਰ ਚਾਚੇ ਫੱਗੂ ਦੇ ਵਿਹੜੇ ਪਹੁੰਚ ਗਏ। ਜਦੋਂ ਘੋੜਿਆਂ ਦੀ ਪੌੜ ਦੀ ਆਵਾਜ਼ ਸੁਣੀ, ਪਿੰਡ ਦੇ ਲੋਕ ਇਕੱਠੇ ਹੋਏ। ਕੋਈ ਸ੍ਰੀ ਸਾਹਿਬ ਗਾਤਰੇ ਕਿਰਪਾਨ ਪਾਈ ਹੈ, ਘੋੜੇ ਤੇ ਸਵਾਰ ਹੈ, 40 ਸਿੱਖ ਨਾਲ ਨੇ। ਕੌਣ ਆਏ? ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਗਲੀ ਵਿੱਚੋਂ ਲੋਕ ਇਕੱਠੇ ਹੋ ਗਏ। ਚਾਚੇ ਫੱਗੂ ਨੇ ਅੰਦਰੋਂ ਉੱਠ ਕੇ ਆਪਣੇ ਸਿਮਰਨ ਚ ਉੱਠ ਕੇ ਬਾਹਰ ਆਇਆ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੇਖ ਕੇ ਅੱਖਾਂ ਭਰ ਆਈਆਂ। ਚਰਨਾਂ 'ਚ ਪੈਰ ਰੱਖ ਕੇ ਰਕਾਬ 'ਚ ਟਿਕੇ ਪੈਰ ਉੱਤੇ ਮੱਥਾ ਟੇਕਿਆ, ਹੱਥ ਜੋੜ ਕੇ ਕਿਹਾ ਪਾਤਸ਼ਾਹ
ਮੈਨੂੰ ਪੂਰਨ ਵਿਸ਼ਵਾਸ ਸੀ ਮੇਰੇ ਗੁਰੂ ਨੂੰ ਸੱਦਾ ਪੱਤਰ ਕੱਲਣ ਦੀ ਲੋੜ ਨਹੀਂ, ਅੰਦਰੋਂ ਸਿੱਖ ਚੇਤੇ ਕਰੇ ਗੁਰੂ ਦਰਸ਼ਨ ਜ਼ਰੂਰ ਦਿੰਦਾ। ਵਿਹੜੇ ਵਿੱਚ ਮੰਜਾ ਢਾ ਦਿੱਤਾ ਵੱਡੇ ਪਾਵਿਆਂ ਵਾਲਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵਿਰਾਜਮਾਨ ਹੋ ਗਏ, ਕੀਰਤਨ ਸ਼ੁਰੂ ਹੋ ਗਿਆ, ਲੰਗਰ ਤਿਆਰ ਹੋ ਗਏ। ਜਦੋਂ ਸੰਗਤ ਬਹੁਤ ਇਕੱਠੀ ਹੋਈ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਚਾਚਾ ਫੱਗੋ, ਤੇਰੇ ਘਰ ਦਾ ਦਰਵਾਜ਼ਾ ਵੀ ਵੱਡਾ ਹੈ, ਤੇਰਾ ਦਿਲ ਵੀ ਵੱਡਾ ਹੈ। ਵੱਡੇ ਦਿਲਾਂ ਵਾਲਿਆਂ ਦੇ ਦਰਵਾਜ਼ੇ ਵੱਡੇ ਹੁੰਦੇ ਨੇ ਔਰ ਵੱਡੇ ਦਿਲਾਂ ਵਾਲੇ ਹੀ ਗੁਰੂ ਦੀ ਸਿੱਖੀ ਕਮਾ ਸਕਦੇ ਨੇ ਤੇ ਜਰ ਸਕਦੇ ਨੇ। ਦੋ ਚੀਜ਼ਾਂ ਨੇ, ਸਿੱਖੀ ਕਮਾਉਣ ਲਈ ਪਹਿਲਾਂ ਸਹਿਣਾ ਪੈਂਦਾ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਵੱਡੇ ਦਿਲ ਵਾਲੇ ਹੀ ਸਿੱਖੀ ਦਾ ਚੀਜ਼ ਸਹਿ ਸਕਦੇ ਨੇ। ਕਹਿੰਦੇ ਚਾਚਾ ਫੱਗੂ, ਤੇਰਾ ਘਰ ਵੀ ਵੱਡਾ, ਤੇਰੇ ਦਰਵਾਜ਼ੇ ਵੀ ਵੱਡੇ, ਉਹ ਤੇਰੇ ਦਿਲ ਦਾ ਦਰਵਾਜ਼ਾ ਵੀ ਵੱਡਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵਿਰਾਜਮਾਨ ਹੋ ਗਏ। ਫਿਰ ਪਾਤਸ਼ਾਹ ਨੇ ਕਿਹਾ, ਲਿਆ ਭਾਈ ਸਾਡੀ ਭੇਟਾ। ਉਹਨੇ ਕਿਹਾ, ਮਹਾਰਾਜ ਅੱਗੇ ਹਰੇਕ ਸਾਲ ਮੈਂ ਹੁੰਡੀ ਬਣਾ ਕੇ ਭੇਜ ਦਿੰਦਾ, ਇਸ ਸਾਲ ਮੈਂ ਪੈਸਾ ਭੇਜਿਆ ਨਹੀਂ, ਇਸ ਲਈ ਰੱਖਿਆ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਆਏਗਾ ਮੈਂ ਆਪੇ ਭੇਂਟ ਕਰਾਂਗਾ। ਸੰਗਤ ਦੀਆਂ ਭੇਟਾਵਾਂ ਥੈਲੀਆਂ 'ਚ ਪਾ ਕੇ ਲਿਖਿਆ ਸੀ, ਆਹ ਫਲਾਨੇ ਪਿੰਡ ਦੀ ਮਾਇਆ ਹੈ, ਆਹ ਫਲਾਨੇ ਸਿੱਖ ਦੀ ਮਾਇਆ ਹੈ, ਆਹ ਫਲਾਨੇ ਪਿੰਡ ਦੇ ਫਲਾਨੇ ਸਿੱਖ ਦੀ ਮਾਇਆ ਹੈ। ਜਦੋਂ ਸਾਰੀਆਂ ਥੈਲੀਆਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਂਟ ਕੀਤੀਆਂ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਭਾਈ ਫੱਗੋ, ਤੇਰੇ ਵੱਲ ਸਾਡੀ ਭੇਟਾ ਰਹਿੰਦੀ ਹੈ। ਹੋਰ ਹੱਥ ਜੋੜ ਕੇ ਕਿਹਾ, ਚਿੱਟਾ ਦਾੜ ਹੈ, ਇੰਨੇ ਦਹਾਕਿਆਂ ਤੋਂ ਮੈਂ ਸੇਵਾ ਕਰ ਰਿਹਾ। ਹੱਥ ਜੋੜ ਕੇ, ਨਹੀਂ ਮਹਾਰਾਜ, ਮੈਂ ਜਿੰਨੀ ਭੇਟਾ ਸੀ ਸੰਗਤ ਦੀ ਤੁਹਾਨੂੰ ਭੇਂਟ ਕਰ ਦਿੱਤੀ ਹੈ। ਪਾਤਸ਼ਾਹ ਨੇ ਫਿਰ ਕਿਹਾ, ਕਹਿਣਗੇ ਨਹੀਂ ਫੱਗੋ, ਤੇਰੇ ਵੱਲ ਭੇਟਾ ਰਹਿੰਦੀ ਹੈ। ਪਹਿਲੀ ਵਾਰ ਭਾਈ ਫੱਗੂ ਨੇ ਕਿਹਾ, ਮਹਾਰਾਜ ਸਾਰੀ ਭੇਟਾ ਮੈਂ ਦੇ ਦਿੱਤੀ। ਦੂਜੀ ਵਾਰ ਜਦੋਂ ਗੁਰੂ ਨੇ ਕਿਹਾ, ਨਹੀਂ ਤੇਰੇ ਵੱਲ ਭੇਟਾ ਰਹਿੰਦੀ ਹੈ, ਪਰਤ ਕੇ ਭਾਈ ਫੱਗੂ, ਚਾਚਾ ਫੱਗੂ ਚੁੱਪ ਕਰ ਗਿਆ। ਪਤਾ ਕਿਉਂ? ਅੰਦਰੋਂ ਮਨ ਚੋਂ ਆਵਾਜ਼ ਆਈ, ਓ ਮਨਾ, ਤੂੰ ਗਲਤ ਹੋ ਸਕਦਾ, ਤੇਰਾ ਗੁਰੂ ਨਹੀਂ ਗਲਤ ਹੋ ਸਕਦਾ। ਤੈਨੂੰ ਭੇਟਾ ਦੇਣੀ ਭੁੱਲ ਸਕਦੀ ਹੈ ਪਰ ਤੇਰਾ ਗੁਰੂ ਨਹੀਂ ਭੁੱਲ ਸਕਦਾ। ਕਿਉਂ? ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਕਦੇ ਭੁੱਲ ਨਹੀਂ ਕਰਦਾ। ਆਪਣੇ ਮਨ ਨੂੰ ਚੁੱਪ ਕਰ ਗਿਆ, ਹੱਥ ਜੋੜ ਕੇ ਕਿਹਾ, ਮਹਾਰਾਜ ਭੁੱਲਣ ਹਾਰ ਹਾਂ, ਜੇ ਭੁੱਲ ਗਿਆ ਹੋਵਾਂ ਤੇ ਯਾਦ ਕਰਾ ਦਿਓ। ਮਹਾਰਾਜ ਭੁੱਲਣ ਹਾਰ ਹਾਂ, ਜੇ ਭੁੱਲ ਗਏ ਹੋ ਤੇ ਯਾਦ ਕਰਾ ਦਿਓ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਸਾਰਿਆਂ ਦੀ ਭੇਟਾ ਦੇ ਦਿੱਤੀ ਹੈ? ਕਹਿੰਦੇ ਹਾਂ ਮਹਾਰਾਜ। ਕਹਿਣਗੇ ਕਿਸੇ ਦੀ ਭੇਟਾ ਰਹਿੰਦੀ ਹੈ ਭਾਈ ਤੇਰੇ ਵੱਲ? ਕਹਿੰਦੇ ਮਹਾਰਾਜ ਯਾਦ ਕਰਾ ਦਿਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਇੱਕ ਗਰੀਬ ਨਿਰਧਨ ਸਿੱਖ ਦੇ ਘਰ ਤੋਂ ਭੇਟਾ ਮੰਗਣ ਗਿਆ ਸੀ, ਯਾਦ ਕਰ। ਇੱਕ ਨਹੀਂ ਕਈ ਸਾਲ ਗੁਜ਼ਰ ਗਏ ਨੇ। ਜਦੋਂ ਉਹ ਗਰੀਬ ਨਿਰਧਨ ਕਿਰਤੀ ਸਿੱਖ ਦੇ ਘਰ ਗਿਆ, ਉਹ ਦੋਵੇਂ ਸਿੱਖ ਸਿੱਖਣੀ ਆਪਸ ਵਿੱਚ ਮਾੜਾ ਮੋਟਾ ਗੁੱਸੇ ਰਾਜੀ ਹੋਏ ਸੀ। ਉਹਦੇ ਘਰ ਵਾਲਾ ਸਿੱਖ ਘਰ ਵਿੱਚ ਮਾੜਾ ਮੋਟਾ ਗੁੱਸੇ ਰਾਜੀ ਹੋ ਕੇ ਘਰੋਂ ਕੰਮ ਤੇ ਚਲਾ ਗਿਆ। ਘਰ ਵਾਲੀ ਅਜੇ ਗੁੱਸੇ ਵਿੱਚ ਸੀ, ਵਿਹੜੇ ਵਿੱਚ ਝਾੜੂ ਲਾ ਰਹੀ ਸੀ। ਤੂੰ ਜਾ ਕੇ ਦਰਵਾਜ਼ਾ ਖੜਕਾ ਕੇ ਕਿਹਾ, ਭਾਈ ਗੁਰੂ ਵਾਲਿਓ, ਗੁਰੂ ਦੀ ਕਾਰ ਭੇਟਾ ਹੋਵੇ ਤਾਂ ਦੇ ਦਿਓ। ਹੁਣ ਸੁਣ ਕੇ ਭਾਈ ਫੱਗੂ ਦੀਆਂ ਅੱਖਾਂ 'ਚੋਂ ਜਲ ਕਰਨ ਲੱਗ ਪਿਆ। ਵਾਹ ਸਤਿਗੁਰਾ, ਕਿਹੜੀ ਘਟਨਾ ਯਾਦ ਕਰਾਉਣ ਲੱਗੇ ਜਿਹੜੀ ਮੈਨੂੰ ਕਦੇ ਭੁੱਲੇ ਗਈ ਨਹੀਂ। ਜਦੋਂ ਆਵਾਜ਼ ਦੇ ਕੇ ਕਿਹਾ, ਪਾਤਸ਼ਾਹ ਕਹਿੰਦੇ ਦੱਸ ਫਿਰ ਅੱਗੇ ਕੀ ਹੋਇਆ? ਕਹਿੰਦੇ ਮਹਾਰਾਜ ਮੈਂ ਦਰਵਾਜ਼ਾ ਖੜਕਾ ਕੇ ਕਿਹਾ, ਗੁਰੂ ਵਾਲਿਓ ਕੋਈ ਗੁਰੂ ਦੀ ਭੇਟਾ ਦੇਣੀ ਹੋਵੇ। ਅੱਗੋਂ ਝਾੜੂ ਫੇਰਨ ਵਾਲੀ ਉਹ ਗਰੀਬਣੀ ਸਿੱਖਣੀ ਨੇ ਕਿਹਾ, ਬਾਬਾ ਅੱਜ ਭੇਟਾ ਨਹੀਂ ਹੈ ਕੋਈ ਸਾਡੇ ਘਰ। ਕਹਿੰਦੇ ਮੈਂ ਫਿਰ ਦੁਹਰਾ ਕੇ ਕਿਹਾ, ਭਾਈ ਫਿਰ ਵਾਰ-ਵਾਰ ਗੇੜਾ ਨਹੀਂ ਵੱਜਦਾ, ਹੋਰਾਂ ਪਿੰਡਾਂ ਵਿੱਚ ਜਾਣਾ ਹੁੰਦਾ, ਜਿੰਨੀ ਕੁ ਹੈ ਜੇ ਕੋਈ ਹੈ ਭੇਟਾ ਦੇ ਦਿਓ। ਕਹਿੰਦੇ ਜਦੋਂ ਦੂਜੀ ਵਾਰ ਮੰਗਿਆ, ਉਹ ਵਿਚਾਰੀ ਪਤਾ ਨਹੀਂ ਗੁੱਸੇ ਵਿੱਚ ਸੀ, ਝਾੜੂ ਲਾਉਂਦਿਆਂ ਉਹਨੇ ਉਹ ਕੂੜਾ ਇਕੱਠਾ ਕੀਤਾ ਬੁੱਕ ਭਰ ਕੇ, ਤੇ ਕੂੜਾ ਇਕੱਠਾ ਕਰਕੇ ਕਹਿੰਦੀ ਲੈ ਬਾਬਾ ਝੋਲੀ ਕਰ ਫੇ ਭੇਟਾ ਦਮ। ਉਹਨੇ ਕੂੜੇ ਦਾ ਬੁੱਕ ਭਰ ਕੇ ਵਿਹੜੇ 'ਚ ਝਾੜੂ ਫੇਰਿਆ ਹੋਇਆ ਕੂੜੇ ਦਾ ਬੁੱਕ ਭਰ ਕੇ ਮੇਰੀ ਝੋਲੀ 'ਚ ਪਾ ਦਿੱਤਾ। ਕਹਿੰਦੇ ਬਾਦਸ਼ਾਹ ਮੈਨੂੰ ਗੁੱਸਾ ਨਹੀਂ ਲੱਗਾ ਉਸ ਵਕਤ, ਤੁਹਾਡੀ ਕਿਰਪਾ ਨਜ਼ਰ ਹੋਈ, ਮੇਰੇ ਮਨ 'ਚ ਗੁੱਸਾ ਨਾ ਆਇਆ। ਮੈਂ ਉਹ ਝੋਲੀ 'ਚ ਪਵਾਇਆ ਕੂੜਾ, ਉਸੇ ਤਰ੍ਹਾਂ ਗੱਠ ਬੰਨ ਲਈ। ਇਹ ਵੀ ਗੁਰੂ ਦੇ ਸਿੱਖਾਂ ਦੇ ਘਰ ਦੀ ਭੇਟਾ ਹੈ। ਤੇ ਲਿਆ ਕੇ ਮਹਾਰਾਜ ਕੂੜਾ ਥੋੜੀ ਹੁਣ ਤੁਹਾਨੂੰ ਭੇਜਣਾ ਸੀ, ਉਹ ਕੂੜਾ ਲਿਆ ਕੇ ਮੈਂ ਆਪਣੇ ਵਿਹੜੇ ਵਿੱਚ ਢੇਰੀ ਕਰ ਦਿੱਤਾ। ਉਹ ਕੂੜਾ ਲਿਆ ਕੇ ਮੈਂ ਆਪਣੇ ਵਿਹੜੇ ਵਿੱਚ ਢੇਰੀ ਕਰ ਦਿੱਤਾ।
ਸਾਧ ਸੰਗਤ ਇੱਕ ਬੇਨਤੀ ਹੋਰ ਸਮਝਿਓ, ਗ੍ਰਸਤੀ ਸਿੱਖ ਹੋਵੇ, ਘਰ ਵਿੱਚ ਬਹੁਤੀ ਵਾਰ ਮੀਆਂ ਬੀਬੀ ਪਤੀ ਪਤਨੀ ਦੀ ਨੋਕ ਝੋਕ ਹੁੰਦੀ ਹੈ, ਪਰ ਯਾਦ ਰੱਖਿਓ ਜਿੱਥੇ ਨਾਮ ਜਪਿਆ ਜਾ ਰਿਹਾ ਉੱਥੇ ਕਲੇਸ਼ ਕੋਈ ਭਿਆਨਕ ਰੂਪ ਨਹੀਂ ਲਏਗਾ। ਉਹਨਾਂ ਦੇ ਘਰ ਵਿੱਚ ਕ੍ਰੋਧ ਕਲੇਸ਼ ਆਏਗਾ ਜ਼ਰੂਰ, ਪਰ ਕੁਝ ਵਿਗਾੜੇਗਾ ਨਹੀਂ। ਤੇ ਜਿੱਥੇ ਨਾਮ ਨਹੀਂ ਜਪ ਹੋ ਰਿਹਾ ਉੱਥੇ ਕੱਲ ਕਲੇਸ਼ ਘਰਾਂ ਨੂੰ ਤੋੜ ਕੇ ਰੱਖ ਦਿੰਦਾ। ਆਪਣੇ ਘਰਾਂ ਵਿੱਚ ਨਾਮ ਜਪੋ। ਇਹ ਜ਼ਰੂਰੀ ਨਹੀਂ ਕਿ ਜਿਹੜੇ ਬਾਣੀ ਪੜ੍ਹਦੇ ਉਹਨਾਂ ਦੇ ਘਰ 'ਚ ਕਦੇ ਲੜਾਈ ਝਗੜਾ ਨਹੀਂ ਹੁੰਦਾ, ਝਗੜੇ ਹੁੰਦੇ ਨੇ ਭਾਈ। ਨਾਮ ਜਪਣ ਵਾਲਿਆਂ ਵਿੱਚ ਵੀ ਨੋਕ ਝੋਕ ਹੋਏਗੀ, ਪਰ ਉਹਨਾਂ ਦਾ ਕ੍ਰੋਧ ਉਹਨਾਂ ਦੇ ਘਰ ਨੂੰ ਨਹੀਂ ਤੋੜ ਸਕਦਾ। ਮਨਮੁਖਾਂ ਦੇ ਘਰ ਦਾ ਕ੍ਰੋਧ ਘਰਾਂ ਨੂੰ ਤੋੜ ਦਿੰਦਾ ਹੈ, ਗੁਰਮੁਖਾਂ ਦੇ ਘਰ ਦਾ ਕ੍ਰੋਧ ਉਹ ਕਦੇ ਗੁੱਸਾ ਘਰ ਨੂੰ ਨਹੀਂ ਤੋੜ ਸਕੇਗਾ। ਕਿਉਂ? ਗੁੱਸੇ ਦਾ ਅਸਰ ਤਸੀਰ ਅੰਦਰੋਂ ਨਾਮ ਨਾਲ ਬਦਲ ਜਾਂਦੀ ਹੈ। ਜਿੱਥੇ ਨਾਮ ਜਪਿਆ ਜਾਏਗਾ ਉੱਥੇ ਤਸੀਰ ਬਦਲ ਜਾਂਦੀ ਹੈ। ਸੂਰਜ ਦੀ ਤਪਸ਼ ਸਾਰੀ ਧਰਤੀ ਤੇ ਇੱਕੋ ਜਿਹੀ ਪੈਂਦੀ ਹੈ, ਪਰ ਸੱਜਣੋਂ ਜਿੱਥੇ ਦਰਖਤ ਦੀ ਛਾਂ ਹੋਵੇ ਉਹਦੇ ਥੱਲੇ ਖਲੋ ਕੇ ਵੇਖਿਓ ਤੁਹਾਨੂੰ ਹਵਾ ਠੰਡੀ ਲੱਗਦੀ ਹੈ। ਵਗਦੀ ਹੋਈ ਹਵਾ ਸੂਰਜ ਦੀ ਤਪਸ਼ ਨਾਲ ਗਰਮ ਹੈ, ਪਰ ਦਰਖਤ ਦੀ ਛਾਵੇਂ ਖਲੋ ਜਾਓ ਹਵਾ ਠੰਡੀ ਲੱਗਦੀ ਹੈ। ਏਦਾਂ ਕੱਲ ਕਲੇਸ਼ ਪੂਰੀ ਦੁਨੀਆ ਵਿੱਚ ਹੈ। ਜਿੱਥੇ ਨਾਮ ਦੀ ਛਾਇਆ ਹੈ ਉੱਥੇ ਗਰਮ ਹਵਾ ਵੀ ਠੰਡੀ ਹੋ ਜਾਂਦੀ। ਆਪਣੇ ਘਰਾਂ ਵਿੱਚ ਨਾਮ ਜ਼ਰੂਰ ਜਪੋ। ਉਹ ਭਾਈ ਫੱਗੂ ਨੇ ਬੇਨਤੀ ਕੀਤੀ, ਮਹਾਰਾਜ ਕੂੜਾ ਤਾਂ ਲਿਆ ਕੇ ਮੈਂ ਵਿਹੜੇ 'ਚ ਰੱਖ ਦਿੱਤਾ। ਪਾਤਸ਼ਾਹ ਨੇ ਕਿਹਾ ਉਹ ਭੇਟਾ ਸੀ ਭਾਈ ਸਾਡੀ। ਕਹਿੰਦੇ ਮਹਾਰਾਜ ਕੂੜਾ ਥੋੜੀ ਤੁਹਾਨੂੰ ਭੇਜਣਾ ਸੀ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਭਾਈ ਫੱਗੂ ਜਿਹੜਾ ਕੂੜਾ ਤੂੰ ਲਿਆ ਕੇ ਵਿਹੜੇ 'ਚ ਰੱਖਿਆ, ਥੋੜੇ ਦਿਨਾਂ ਬਾਅਦ ਮੀਂਹ ਬਾਰਿਸ਼ ਹੋਈ, ਤੇਰੇ ਵਿਹੜੇ ਵਿੱਚ ਮੀਂਹ ਪੈ ਗਿਆ, ਉਹ ਕੂੜਾ ਮਿੱਟੀ ਵਿੱਚ ਦੱਬ ਗਿਆ। ਤੇ ਤੈਨੂੰ ਪਤਾ ਹੈ ਉਹ ਤੇਰੇ ਖੁੱਲੇ ਵਿਹੜੇ ਵਿੱਚ ਜਿਹੜੀ ਬੇਰੀ ਬੇਰਾਂ ਨਾਲ ਲੱਦੀ ਹੋਈ ਹੈ, ਸੱਚੋ ਸੱਚ ਦੱਸੇ ਤੂੰ ਬੀਜੀ ਹੈ ਕਿ ਕਿਹਨੇ ਲਾਈ ਹੈ? ਕਹਿੰਦੇ ਮਹਾਰਾਜ ਮੈਂ ਲਾਈ ਨਹੀਂ, ਆਪੇ ਹੋ ਗਈ। ਕਹਿਣ ਲੱਗੇ ਆਪੇ ਨਹੀਂ ਹੋਈ, ਜਿਹੜੇ ਸਿੱਖ ਦੇ ਘਰ ਵਾਲੀ ਸਿੱਖਣੀ ਨੇ ਕੂੜਾ ਤੇਰੀ ਝੋਲੀ ਪਾਇਆ ਸੀ, ਉਸੇ ਕੂੜੇ ਵਿੱਚ ਇੱਕ ਬੇਰ ਦੀ ਗਿਟਕ ਸੀ। ਜਦੋਂ ਤੂੰ ਵਿਹੜੇ 'ਚ ਲਿਆ ਕੇ ਰੱਖੀ, ਮੀਂਹ ਪੈਣ ਤੋਂ ਬਾਅਦ ਉਹ ਗਿਟਕ ਜੰਮ ਗਈ। ਅੱਜ ਤੇਰੇ ਵਿਹੜੇ ਵਿੱਚ ਬੇਰਾਂ ਨਾਲ ਲੱਦੀ ਹੋਈ ਬੇਰੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦੀ ਭੇਟਾ ਹੈ। ਹੱਥ ਜੋੜ ਕੇ ਚਰਨਾਂ ਝੁਕ ਗਿਆ, ਰੋ ਪਿਆ, ਮਹਾਰਾਜ ਤੂੰ ਗੁਰਸਿੱਖਾਂ ਦੇ ਘਰ ਦਾ ਕੂੜਾ ਵੀ ਭੇਟਾ ਸਮਝ ਕੇ ਪ੍ਰਵਾਨ ਕਰ ਲੈਣਾ, ਕਿਉਂਕਿ ਇਹ ਗੁਰੂ ਦੇ ਘਰ ਦੀ ਵਡਿਆਈ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇੱਕ ਕੌਡੀ ਵੀ ਕੋਈ ਸਿੱਖ ਚੜਾਦਾ ਉਹ ਵਿਅਰਥ ਨਹੀਂ ਜਾਏਗੀ। ਕਿਉਂ? ਸਾਧ ਸੰਗਤ ਗੁਰੂ ਦੀ ਵਡਿਆਈ ਹੈ। ਸਿੱਖਾਂ ਦੇ ਘਰ ਦੀ ਇੱਕ ਅੰਨੇ ਦੀ ਸੇਵਾ ਵੀ ਕਦੇ ਵਿਅਰਥ ਨਹੀਂ ਜਾਂਦੀ। ਤਾਈਓ ਇਹ ਗੁਰੂ ਦੇ ਘਰ ਦੀ ਵਡਿਆਈ ਰਹੀ ਹੈ। ਸਿੱਖਾਂ ਦੀ ਭੇਟਾਂ ਨੂੰ ਮਾਣ ਮਿਲਦਾ ਹੈ। ਸਾਧ ਸੰਗਤ ਅੱਜ ਜਦੋਂ ਤੁਸੀਂ ਕਦੇ ਪਟਨਾ ਸਾਹਿਬ ਜਾਓ, ਉੱਥੋਂ ਸਸਰਾਮ ਜਾ ਕੇ ਵੇਖਿਓ, ਉਹ ਗੁਰਦੁਆਰਾ ਬਣਿਆ ਹੋਇਆ ਹੈ। ਬੇਰੀ ਅੱਜ ਵੀ ਉੱਥੇ ਬੇਰਾਂ ਨਾਲ ਲੱਦੀ ਹੈ, ਔਰ ਉੱਥੋਂ ਦੀ ਸੰਗਤ ਕਈ ਵਾਰ ਵੇਰ ਤੋੜ ਕੇ ਲਿਆ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ ਜਿੱਥੇ ਤਖਤ ਸ੍ਰੀ ਪਟਨਾ ਸਾਹਿਬ ਹੈ ਉੱਥੇ ਲਿਆ ਕੇ ਭੇਂਟ ਕਰਦੀ ਉਹ ਸੰਗਤ ਬੇਰ ਉੱਥੋਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਜਿੱਥੇ ਚਾਚੇ ਫੱਗੂ ਦੀ ਸੇਵਾ ਨੂੰ ਭਾਗ ਲਾਇਆ, ਉੱਥੇ ਇਹ ਵੀ ਦੱਸਿਆ, ਉਹ ਸਿੱਖੋ ਭਾਵਨਾ ਨਾਲ ਜੇ ਬਾਣੀ ਪੜੋਗੇ, ਨਾਮ ਜਪੋਗੇ, ਤੁਹਾਡੇ ਘਰ ਦੀ ਤੁਸ਼ ਤੋਂ ਤੁਸ਼ ਭੇਟਾ ਵੀ ਪ੍ਰਵਾਨ ਹੈ। ਜਿਸ ਘਰ ਵਿੱਚ ਸਿੱਖੀ ਨਹੀਂ, ਉੱਥੋਂ ਦਾ ਕਰੋੜਾਂ ਰੁਪਈਆ ਵੀ ਕਦੇ ਪ੍ਰਵਾਨ ਨਹੀਂ ਹੁੰਦਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਨਗਰ ਵਸਾਇਆ ਨਾ, ਜਿੱਥੇ ਆਪਾਂ ਕਥਾ ਕੱਲ ਛੱਡੀ ਸੀ, ਇਹ ਕਹਿਲੂਰ ਦੀ ਰਿਆਸਤ ਦੇ ਰਾਜੇ ਦੀ ਜਗ੍ਹਾ ਸੀ। ਤੁਹਾਡੇ ਗਿਆਤ ਵਾਸਤੇ ਕਹਿਣਾ, 6ਵੇਂ ਪਾਤਸ਼ਾਹ ਨੇ 52 ਰਾਜਿਆਂ ਨੂੰ ਯਾਦ ਕਰਾਇਆ। ਉਹਨਾਂ 'ਚ ਰਾਜਾ ਸੀ ਰਾਜਾ ਤਾਰਾ ਚੰਦ। ਜੇ ਕੋਈ ਤੁਹਾਨੂੰ ਪੁੱਛੇ ਜੀ ਕੱਲੇ ਰਾਜਿਆਂ ਨੂੰ ਕਿਉਂ ਯਾਦ ਕਰਾਇਆ, ਹੋਰ ਬੰਦੇ ਨਹੀਂ ਸੀ ਉਸ ਕੈਦ ਵਿੱਚ, ਤਾਂ ਇਹ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਗਵਾਲੀਅਰ ਦੇ ਕਿਲੇ ਵਿੱਚ ਕੱਲੇ ਰਾਜਨੀਤਿਕ ਲੋਕ ਹੀ ਕੈਦ ਕੀਤੇ ਜਾਂਦੇ ਸਨ। ਉਹ ਬਾਹੀ ਧਾਰ ਦੇ ਰਾਜਿਆਂ ਚੋਂ 52 ਰਾਜੇ ਰਾਜਨੀਤਿਕ ਸੀ ਜਿਹੜੇ ਵਿਰੋਧ ਨਾ ਪੈਦਾ ਕਰਨ, ਉਹਨਾਂ ਨੂੰ ਕੈਦ ਕੀਤਾ ਹੋਇਆ। ਰਾਜਾ ਤਾਰਾ ਚੰਦ ਉਹਨਾਂ ਚੋਂ ਆਜ਼ਾਦ ਹੋਇਆ। ਕਹਿਲੂਰ ਰਿਆਸਤ ਦਾ ਉਹ ਰਾਜਾ ਸੀ। ਰਾਜਾ ਤਾਰਾ ਚੰਦ ਦਾ ਪੁੱਤਰ ਹੋਇਆ ਦੀਪਚੰਦ, ਦੀਪਚੰਦ ਦਾ ਪੁੱਤਰ ਭੀਮਚੰਦ, ਭੀਮਚੰਦ ਦਾ ਪੁੱਤਰ ਅਜਮੇਰ ਚੰਦ। ਇਹ ਭੀਮਚੰਦ ਤੇ ਅਜਮੇਰ ਚੰਦ 10ਵੇਂ ਪਾਤਸ਼ਾਹ ਨਾਲ ਵੀ ਲੜਦੇ ਰਹੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚੇ, ਉਦੋਂ ਰਾਜਾ ਦੀਪਚੰਦ ਦੀ ਮਾਂ ਭਾਵ ਤਾਰਾ ਚੰਦ ਦੀ ਪਤਨੀ ਬਿਰਧ ਅਵਸਥਾ ਵਿੱਚ ਜਿਉਂਦੀ ਸੀ। ਉਹਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਹਾ, ਮਹਾਰਾਜ ਅਸੀਂ ਜ਼ਮੀਨ ਭੇਟਾ ਕਰਨੀ ਹੈ। ਪਾਤਸ਼ਾਹ ਨੇ ਕਿਹਾ ਅਸੀਂ ਨਗਰ ਵਸਾਉਣਾ, ਪਰ ਦਾਨ ਵਿੱਚ ਇਹ ਜ਼ਮੀਨ ਨਹੀਂ ਲੈਣੀ ਹੈ।
पैसे तार के मुल लेनी है। पता क्यों? ये गुरु का घर बनना, इत्थे राजियां दीयां दित्तियां जमीनां उत्ते नगर नहीं उसारिया जाएगा। एक तुहाडे होर जिंदगी विच गल कम आएगी, सिख कौम ने कदे किसी हुकूमत कोलों खरात विच कोई चीज़ लैके नहीं अस्थान बनाया। जदों बनाउणगे सिखां दे दसवंध नाल, दसां नोहां दी किरत नाल अस्थान बनेगा, कदे सरकार दीयां ग्रंटां लैके नहीं। ये सिੱਖੀ दा इतिहास रहा है। 10वें पातशाह ने मुल जगह खरीद के नगर वसाया। श्री गुरु तेग बहादुर महाराज जी ने मुल जगह खरीद के नगर वसाया। जिस भी गुरु सहमान ने जगह लई, वो मुल खरीद के नगर वसाउंदे, अस्थान बनाउंदे रहे। क्यों? भाई किसे दी दित्ती हुई जगह जमीन उत्ते कई बार वो बंदे दावा कर लेंदे ने, गुरु दे घर उत्ते संगत दी माया लगनी चाहिए। एक चीज तो तुसीं वेखी होएगी, 1984 विच श्री अकाल तख्त साहिब हुकूमत ने ढह ढेरी किया। उस तो बाद 1984 तो बाद उस वक्त हिंदुस्तान की हुकूमत ने निहंग बाबा संता सिंह जी को मोहरे सेवा दे के सरकारी पैसे दे के जिन्ना अकाल तख्त हटाया दोबारा बना देंगे। सिखो तुहाडा अकाल तख्त असीं दोबारा बना देंगे। हिंदुस्तान की हुकूमत ने पैसे ला के बाबा संता सिंह जी को मोहरे करके अकाल तख्त की बिल्डिंग दोबारा बनाई, जिहड़ी संत बाबा जरनैल सिंह जी की शहादत वेले 1984 ढाई गई सी। जदों बाद में सरबत खालसा 1986 में इकट्ठा होया, सरबत खालसा 1986 में इकट्ठा होया, उदों सब तो पहला फैसला पता की लिया? सरकार दे पैसिਆਂ नाल बनिया अकाल तख्त सिखां नूं नहीं चाहिदा। सरकार दे पैसे नाल बनिया अकाल तख्त सिखां दे हक च फैसला कदे नहीं करेगा। इसलिए पहला फैसला सरबत खालसे दा यह होया, अकाल तख्त की इमारत द्वारा ढाई जाएगी और संगत दे पैसे नाल द्वारा बनाई जाएगी। 1986 में सिखां ने आप अकाल तख्त हटाया, फिर वो इमारत संगत दे एक एक पैसे नाल चादर विछा के द्वारा अकाल तख्त साहिब की इमारत बनी। क्यों? गुरु दे अस्थान कदे सरकार दीयां ग्रंटां नाल नहीं बनने चाहिए, वो दसां नोहां दी किरत नाल बनने चाहिए ने। जदों धर्म की किरत चों अस्थान बनेगा, उत्थों धर्म की गल होएगी। जदों बेईमानी दे पैसे नाल चीज बनेगी, उत्थों बेईमानी की महक आएगी। श्री गुरु तेग बहादुर महाराज ने नगर वसाया। वो जोगियां दा जिहड़ा सरमौर बंदा पहाड़ तो उतरिया, ਉਹਦਾ इतिहास विच नाम साध संगत मोले शाह लिखा हुआ है। ये पहला मुसलमान रहा, फिर जोग मत धारण किया, बाद विच इहने फिर मुसलमान हो गया। जोगियां कोल रह के रिधियां सिद्धियां सिखियां। अज जदों मोले शाह अपने नाल दे बंदगी वाले दरवेश जोगियां नाल वापस आया, इहने भाई दयाले नूं पुछया, ये नगर कौन वसा रहा है? आख्या श्री गुरु तेग बहादुर साहब। उन्हें कहा, गुरु नूं की लोड़ है नगर वसाउण दी? गुरु नूं नगर महल वसाउण दी की लोड़ है? आपे ही तां गुरु तेग बहादुर महाराज कहते हैं कि ये जग रचना सब झूठ है, जान लिहो रे मीत। फिर जे जग रचना झूठ है तो महल क्यों बना रहे ने? भाई दयाल दास जी चुप कर गए। कहने दा जवाब तो गुरु साहब ही दे सकते हैं। जिस गुरु ने नगर वसाउणा शुरू किया, महल बनाए, उहियो जवाब देणगे। मोले शाह जोगियां नूं नाल लैके पहुंच गया। श्री गुरु तेग बहादुर महाराज ने कहा, जल पानी प्रशादा छको, रात रहो, सवेरे तुहानूं जवाब देवांगे।